चरणा च हाथ दी वाहिगुरू चार करो जी। वाहिगुरू जी का खालसा वाहिगुरू जी की फतेह। सदा वाहिगुरू साहिब जी श्री राग महला दूजा। श्री राग के अंदरों तीसरे पातशाह गुरु अमरदास महाराज जी का पावन शब्द है जी। हर भगता हर धन रास है, गुरपूष करह व्यापार। ਜਿਹੜੇ ਹरि ਦੀ ਭਗਤੀ ਕਰਦੇ ਆ ਨਾ ਤੇ ਸਤਿਗੁਰੂ ਕਹਿੰਦੇ ਹਾਜ ਧਨ ਨਹੀਂ, ਉਹਨਾਂ ਕੋਲ ਅਸਲੀ ਧਨ ਹੈ ਤੇ ਰਾਸਦਾਰ ਕੋਲ ਸਰਮਾਇਆ। ਅਸਲੀ ਸਰਮਾਇਆ ਵੀ ਉਹਨਾਂ ਕੋਲ ਨਾਮ ਹੀ ਹੈ। ਉਹ ਨਾਮ ਆਪਣੇ ਗੁਰੂ ਤੋਂ ਪ੍ਰਾਪਤ ਕਰਦੇ ਆ। ਸਤਿਗੁਰ ਸਿੱਖ ਕੋ ਨਾਮ ਧਨ ਦੇ ਭਗਤੀ ਕਰਨ ਵਾਲੇ ਇੱਥੇ ਨਾਮ ਦਾ ਵਿਭਾਗ ਕਰਦੇ ਆ। ਗੁਰੂ ਸਾਹਿਬ ਦੇ ਕੋਲ ਬਣਜਾਰੇ ਬਣ ਕੇ ਆਉਂਦੇ ਆ। ਬਣਜ ਕਦੂ ਬਣਜਾਰੇ ਵਖਰ ਮੇਹੂ ਸੁਭਾਲ ਪੈਸੀ ਵਸਤ ਵਸਾਈ ਹੈ ਜੈਸੀ ਦੀ ਕਟੈ ਨਾਲ। ਉਹ ਨਾਮ ਧਨ ਨੂੰ ਇਕੱਠਾ ਕਰਦੇ ਤੇ ਰਾਸਦਾਰ ਤੋਂ ਸਰਮਾਇਆ ਉਹ ਇਹੀ ਇਕੱਤਰ ਕਰਦੇ। ਗੁਰ ਪੂਸ ਕਰ ਰਹੇ ਵਪਾਰ, ਗੁਰੂ ਨੂੰ ਕੁਛ ਤੇ ਵਪਾਰ ਕਰਾਂਗੇ, ਉਸ ਚੀਜ਼ ਦਾ ਵਪਾਰ ਕਰਦੇ ਜਿਹੜੀ ਸਾਡੇ ਨਾਲ ਜਾਣੀ। ਤੇ ਨਾਲ ਕੀ ਜਾਣਾ ਹੈ? ਵਾਹਿਗੁਰੂ 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 ਜਪਿਆ ਹੋਇਆ ਸਾਡੇ ਨਾਲ ਜਾਣਾ। ਹੋਰ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤਾਲ ਨੂੰ ਛੂਟ ਹੈ ਕਾਸ਼ ਸੰਗ ਨਾ ਚੱਲਦਾ। ਬੰਦਿਆਂ ਜਦੋਂ ਸਰੀਰ ਛੱਡੇਗਾ ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਹਾਂ ਦੂਸਰੇ ਪਾਸੇ ਮਹਾਰਾਜ ਜੀ ਕਹਿੰਦੇ ਵੀ ਇਹ ਧਨ ਜਿਹੜਾ ਮਨੁੱਖ ਦੇ ਨਾਲ ਜਾਂਦਾ ਹੈ, ਉਹ ਫਿਰ ਜੀਵ ਭਗਤੀ ਕਰਨ ਵਾਲੇ ਆਪਣੇ ਗੁਰੂ ਨੂੰ ਪੁੱਛ ਕੇ ਉਸ ਧਨ ਦਾ ਵਪਾਰ ਕਰਦੇ ਜਿਹੜਾ ਧਨ ਨਾਲ ਨਿਕਲਣ ਵਾਲਾ ਹੈ, ਜਿਹਨੂੰ ਚੋਰ ਵੀ ਨਹੀਂ ਲੱਗਣਗੇ, ਜਿਹੜਾ ਲੁੱਟਿਆ ਵੀ ਨਹੀਂ ਜਾਏਗਾ। ਇਹੋ ਧਨ ਅਖੂਟ ਨਾ ਟੁੱਟਿਆ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਪੂਰੇ ਗੁਰੂ ਨੇ ਸੋਝੀ ਦੇ ਦਿੱਤੀ। ਅਸਲੀ ਜਿਹੜਾ ਸਾਡਾ ਸਰਮਾਇਆ ਇਹ ਧਨ ਨਾਮ ਹੈ, ਇਹੀ ਕਦਰ ਕਰਨਾ, ਇਹੀ ਭਾਈ ਨਾਲ ਜਾਣਾ ਹੈ। ਹਰ ਨਾਮ ਸਲਾਵਣ ਸਦਾ ਸਦਾ, ਵਖਰ ਹਰ ਨਾਮ ਆਧਾਰ। ਉਹ ਫਿਰ ਭਗਤੀ ਕਰਨ ਵਾਲੇ ਨਾਮ ਦੀ ਸਲਾਹਨਾ ਕਰਦੇ ਹੈ ਸਦਾ ਸਦਾ ਹੀ, ਦਿਨ ਰਾਤ ਸਦਾ ਸਦਾ ਦੇ ਵਿੱਚ ਸਾਰੇ ਸਾਹਮਣੇ ਦਿਨ ਰਾਤੀ ਅਰਾਧੂ ਪਿਆਰੀ ਨਿਮਕ ਨਾ ਕੀਜੇ ਟੀਕਾ। ਉਹ ਸਦਾ ਸਦਾ ਹੀ ਉਹਨੂੰ ਜਪਦੇ ਹੈ। ਉਹ ਦਿਨ ਹੈ ਜਾਂ ਰਾਤ ਹੈ, ਉਹ ਬੈਠ ਰਹੇ ਨੇ, ਸੌਂ ਰਹੇ ਨੇ, ਉਹ ਖਾ ਰਹੇ ਨੇ, ਉਹਦੀ ਸਿਫਤ ਸਲਾਹ ਨਾਲ ਜੁੜੇ ਰਹਿੰਦੇ ਹੈ। ਵਖਤ ਹਰ ਨਾਮ ਆਧਾਰ, ਜਿਸ ਵਖਤ ਤੋਂ ਲੈਣ ਨੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ। ਵਖਤ ਦੇਹੋ ਸੰਭਾਲ, ਬਹੁਤ ਮੇਰੀ ਸ਼ਬਦ ਆਪਾਂ ਨੇ ਪੜ੍ਹਿਆ। ਵਣਜ ਕਦੋਂ ਬਣਜਾਰਿਓ ਨਾਮ ਦਾ ਵਰਤ ਕਰੋ। ਜਿਸ ਵਖਰ ਤੋਂ ਲੈਣ ਤੋਂ ਆਇਆ, ਜਿਸ ਵਖਰ ਨੂੰ ਲੈਣਾ ਉਹਨੂੰ ਸੰਭਾਲ। ਜਿਹੜੀ ਚੀਜ਼ ਨਾਲ ਜਾਣੀ ਉਹਨੂੰ ਸੰਭਾਲ ਕੇ ਰੱਖਣੀ ਚਾਹੀਦੀ। ਚਲੋ ਦੁਨਿਆਵੀ ਤੌਰ 'ਤੇ ਆਪਾਂ ਵੇਖਦੇ ਹਾਂ, ਸਾਡੇ ਬਜ਼ੁਰਗ ਕਹਿੰਦੇ ਹਨ ਵੀ ਬਾਣੀ ਕੰਠ ਅਤੇ ਪੈਸਾ ਕੰਠ ਹੋਣਾ ਚਾਹੀਦਾ। ਸਾਡੇ ਕੋਲ ਪੈਸਾ ਸੇਵ ਹੋਣਾ ਚਾਹੀਦਾ ਵੀ ਕੱਲ੍ਹ ਨੂੰ ਕੋਈ ਮੁਸੀਬਤ ਆਉਂਦੀ ਹੈ, ਕੋਈ ਬਿਮਾਰੀ ਆ ਜਾਂਦੀ ਹੈ, ਕੋਈ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ, ਉਹ ਜਿਹੜਾ ਜੋੜਿਆ ਹੋਇਆ ਜਮ੍ਹਾਂ ਕੀਤਾ ਪੈਸਾ ਸਾਡੇ ਕੰਮ ਆ ਸਕੇ। ਮਰਦ ਕਹਿੰਦੇ ਇਸੇ ਤਰ੍ਹਾਂ ਨਾਮ ਨੂੰ ਜਪ ਇਕੱਤਰ ਕਰ, ਅਸਲੀ ਤੇਰਾ ਖਜ਼ਾਨਾ ਇਹੀ ਹੈ। ਦੂਸਰਾ ਤੇ ਸਭ ਕੁਝ ਜੇ ਕਿਸੇ ਕੋਲ ਹੈ ਨਹੀਂ, ਇੱਥੇ ਛੱਡ ਲੈਣਾ ਨਾ, ਉਹ ਫਿਰ ਵੀ ਅਸੀਂ ਇਕੱਤਰ ਕਰਦੇ ਜੋ ਨਾਲ ਜਾਣਾ ਉਹਦਾ ਸਾਡਾ ਧਿਆਨ ਕੋਈ ਨਹੀਂ। ਸਤਿਗੁਰੂ ਬਹੁਤ ਜਗ੍ਹਾ 'ਤੇ ਕਹਿੰਦੇ ਵੀ ਇੱਥੇ ਤੇ ਭਾਵੇਂ ਅਰਬਾਂ ਖਰਬਾਂ ਰੁਪਈਆ ਵੀ ਇਕੱਠਾ ਕਰ, ਖੀਰ ਨੂੰ ਨਾਨਕੇ ਪਾਵੋ ਪੀਏ ਗਏ ਜਿੰਨ ਕੇ ਲਾਗ ਹੋਰ। ਜਿਹੜਾ ਨਾਮ ਰੂਪੀ ਧਨ ਨੇ ਭਾਈ ਤੇਰੇ ਨਾਲ ਜਾਣਾ, ਇਸ ਵਖਰ ਦੀ ਸੰਭਾਲ ਕਰ। ਇਹੀ ਭਗਤਾਂ ਦੇ ਜੀਵਨ ਦਾ ਆਧਾਰ ਹੈ ਜੀ। ਗੁਰਪੂਰੈ ਹਰਿ ਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਨਾਮ ਬਿਰਧ ਕਰਵਾ ਦਿੱਤਾ ਜੀ। ਹਰ ਭਗਤਾਂ ਅਟੁੱਟ ਭੰਡਾਰ, ਫਿਰ ਭਗਤਾਂ ਦੇ ਕੋਲ ਅਟੁੱਟ ਭੰਡਾਰ ਹੋ ਗਏ। ਨਾਮ ਕਿਹਨੇ ਦਿੱਤਾ? ਗੁਰੂ ਸਾਹਿਬ ਜੀ ਨੇ ਬਿਰਧ ਕਰਵਾ ਦਿੱਤੀ। ਇਹ ਗੱਲ ਭਾਈ ਇਹ ਨਾਮ ਧਨ ਤੇਰੇ ਨਾਲ ਜਾਣਾ। ਹਰੇਕ ਸ਼ਬਦ 'ਚ ਮਹਾਰਾਜ ਜੀ ਸਭ ਸਮਝਾਉਂਦੇ ਹੈ ਵੀ ਹੋਰ ਜਿੰਨਾ ਮਰਜ਼ੀ ਧਨ ਇਕੱਠਾ ਕਰ ਲਓ ਤੇ ਸਾਰਾ ਕੁਝ ਇੱਥੇ ਹੀ ਰਹਿ ਜਾਣਾ।
ਜਿਹੜਾ ਧਨ ਨਾਲ ਜਾਣਾ ਹੈ ਉਹ ਗੁਰੂ ਦ੍ਰਿੜ ਕਰਵਾਉਂਦਾ ਹੈ। ਦ੍ਰਿੜ ਦਾ ਅਰਥ ਚੇਤੇ ਕਰਵਾਉਂਦਾ ਹੈ। ਗੁਰੂ ਉਹਨੂੰ ਕਤਲ ਕਰਨ ਦੀ ਹਿੰਮਤ ਦਿੰਦਾ ਹੈ, ਹੌਸਲਾ ਦਿੰਦਾ ਹੈ, ਮੱਤ ਦਿੰਦਾ ਹੈ, ਸਿੱਖਿਆ ਦਿੰਦਾ ਹੈ। ਤੇ ਜਿਹੜੇ ਭਗਤੀ ਕਰਨ ਵਾਲੇ ਨੇ ਫਿਰ ਅਤੁੱਟ ਭੰਡਾਰ ਜਿਹੜੇ ਜਮ੍ਹਾਂ ਕਰ ਲੈਂਦੇ ਆ, ਜਿਹਦੇ 'ਚ ਕਦੇ ਟੂਟ, ਅਤੁੱਟ ਦਾ ਅਰਥ ਜਿਹਦੇ 'ਚ ਕਦੇ ਟੂਟ ਨਹੀਂ ਆਉਂਦੀ। ਭੰਡਾਰ ਦਾ ਅਰਥ ਨਾਮ ਧਾਰਨਾ। ਭੰਡਾਰ ਭਰੇ ਭਗਤੀ ਹੱਥ ਤੇਰੇ ਜਿਸ ਭਾਵੇਂ ਇਸ ਦਿਵਾਈ, ਉਹਦੇ ਘਰੇ ਭਗਤੀ ਦੇ ਭੰਡਾਰ ਭਰੇ ਨੇ ਜਿਹਦੇ ਤੇ ਪ੍ਰਸੰਨ ਹੋ ਜਾਂਦਾ ਹੈ। ਸੋ ਏਤ ਖਜ਼ਾਨਾ ਲਿਆ ਲਾਏ, ਇਸ ਖਜ਼ਾਨੇ ਦਾ ਉਹਨੂੰ ਭਾਗੀਦਾਰ ਬਣਾ ਲੈਂਦਾ ਹੈ। ਭਾਈ ਨੇ ਇਸ ਮਨ ਨੂੰ ਸਮਝਾਏ, ਇਹ ਭਾਈ ਇਸ ਮਨ ਨੂੰ ਸਮਝਾਉਣਾ ਕਾਜ, ਇਹ ਮਨ ਆਲਸ ਕਿਆ ਕਰ ਹੈ, ਗੁਰਮੁਖ ਨਾਮ ਧਿਆਏ। ਇਹ ਸਮਝਾਉਣਾ ਮਨ ਨੂੰ। ਮਹਾਰਾਜ ਕਹਿੰਦੇ ਮਨ ਨੂੰ ਉਦਮੀ ਬਣਾ, ਮਨ ਨੂੰ ਕਹੇ ਇਹ ਮਨ ਆਲਸ ਕਿਆ ਕਰੇ। ਆਲਸ ਕਿਸ ਗੱਲ ਤੋਂ ਕਰਦਾ ਹੈ? ਗੁਰਮੁਖੋ ਆਲਸੀ ਬੰਦਾ ਕਿਸੇ ਕੰਮ ਵਿੱਚ ਕੋਈ ਕਾਮਯਾਬ ਨਹੀਂ ਹੋ ਸਕਦਾ। ਉਹ ਭਾਵੇਂ ਦੁਨਿਆਵੀ ਤੌਰ 'ਤੇ ਮਹਾਰਾਜ ਕਹਿੰਦੇ ਹੈ ਉਦਮੀ ਬੰਦੇ ਦੀ ਪਤਾ ਨਿਸ਼ਾਨੀ ਕੀ ਹੈ? ਉਦੋਂ ਸਾਹੇ ਗਿਆਨ ਨਿਸ਼ਾਨੀ ਤੋੜ ਨਾ ਆਵੇ ਅੰਨੀ। ਉਦਮੀ ਬੰਦੇ ਦੇ ਘਰੇ ਕਦੇ ਅੰਨ ਦੀ ਤੋੜ ਨਹੀਂ ਆਉਂਦੀ ਹੈ। ਉਹ ਕਦੇ ਉਦਮੀ ਬੰਦਾ ਭੁੱਖਾ ਨਹੀਂ ਸੌਂਦਾ। ਮੰਗਣ ਵਾਲੇ ਬਹੁਤ ਭੁੱਖੇ ਸੌਂਦੇ ਹੋਣਗੇ। ਕਈਆਂ ਨੇ ਉਹਨੂੰ ਮੰਗ ਕੇ ਖਾਣਾ ਬਣਾ, ਇਹ ਵੀ ਰੋਜ਼ਗਾਰ ਬਣਾ ਲਿਆ। ਕਮਾਲ ਦੀ ਗੱਲ ਹੋਈ ਵੀ ਇੱਕ ਦਿਨ ਲੁਧਿਆਣੇ ਤੋਂ ਖਬਰ ਲੱਗੀ, ਕਹਿੰਦੇ ਵੀ ਇੱਕ ਮੰਗਤੇ ਨੇ ਦੂਸਰੇ ਮੰਗਤੇ ਦਾ ਕਤਲ ਕਰ ਦਿੱਤਾ। ਉਹ ਕਹਿੰਦੇ ਵੀ ਗੱਲ ਕੀ? ਉਹਨੂੰ ਪੁੱਛਿਆ ਵੀ ਕਹਿੰਦੇ ਕਿਉਂ ਕਤਲ ਕੀਤਾ? ਕਹਿੰਦਾ ਵੀ ਇਸ ਚੌਂਕ 'ਚ ਮੈਂ ਮੰਗਦਾ ਹਫੀਫ, ਇਹ ਨਵਾਂ ਆਇਆ ਸੀ ਤੇ ਇਹਨੂੰ ਅਸੀਂ ਸਮਝਾਉਂਦੇ ਹਾਂ ਕਿੰਨੇ ਦਿਨਾਂ ਤੋਂ ਵੀ ਤੂੰ ਇੱਥੇ ਨਾ ਆਇਆ ਕਰ, ਵੀ ਇਹ ਤੇ ਚੌਂਕ ਸਾਡਾ ਹੈ। ਤੇ ਕਹਿੰਦਾ ਇਹ ਆਖੇ ਨਹੀਂ ਲੱਗਾ, ਫਿਰ ਕਤਲ ਕਰ ਦਿੱਤਾ। ਅੱਲਾ ਦੱਸੋ ਜੀ, ਆਹ ਆਲਸੀ ਬੰਦਿਆਂ ਦੀ ਨਿਸ਼ਾਨੀ ਹੈ ਵੀ ਮੰਗ ਕੇ ਹੀ ਖਾਣਾ। ਤੇ ਉਹ ਫਿਰ ਉਹ ਕਈ ਵਾਰੀ ਭੁੱਖੇ ਵੀ ਸੌਂਦੇ ਮੰਗ ਕੇ ਖਾਣ ਵਾਲੇ। ਜਿਹੜੇ ਉਦਮੀ ਬੰਦੇ ਹੈ ਉਹ ਮਿਹਨਤ ਕਰਦੇ, ਉਹ ਕਦੇ ਭੁੱਖੇ ਸੌਂਦੇ ਨਾ ਬੱਚਿਆਂ ਨੂੰ ਭੁੱਖੇ ਸੌਂਦੇ। ਇਹ ਉਦਮੀ ਬੰਦੇ ਦੀ ਨਿਸ਼ਾਨੀ ਹੈ। ਤੋੜ ਨਾ ਆਵੇ ਅੰਨੀ, ਉਹ ਅੰਨ 'ਚ ਤੋੜ ਨਹੀਂ ਆਉਣ ਦਿੰਦਾ। ਤੇ ਇਧਰ ਧਰਮ ਦੀ ਦੁਨੀਆ 'ਚ ਉਦਮੀ ਬੰਦੇ ਦੀ ਨਿਸ਼ਾਨੀ ਹੈ ਵੀ ਉਹ ਅੰਮ੍ਰਿਤ ਵੇਲੇ ਨੂੰ ਸੰਭਾਲਦਾ ਹੈ। ਮਹਾਰਾਜ ਕਹਿੰਦੇ ਉਦਮ ਕਰੋ ਵੱਡ ਭਾਗੀਓ, ਸਿਮਰੋ ਹਰ ਹਰ ਰਾਏ। ਵੈਸੇ ਨਾ ਉਦਮ ਵੀ ਗੁਰੂ ਤੇ ਰੱਬ ਹੀ ਬਖਸ਼ਦਾ ਹੈ। ਉਦਮ ਮਤ ਪ੍ਰਭ ਅੰਤਰ ਜਾਪੀ, ਜਿਉਂ ਪ੍ਰੇਰੈ ਤਿਉ ਕਰਨਾ। ਉਦਮ ਤੇ ਮਤ ਗੁਰੂ ਦਿੰਦਾ ਹੈ। ਜਦੋਂ ਮਤ ਦੇ ਦਿੱਤੀ ਉਦਮ ਵੀ ਬਣ ਜਾਂਦਾ ਹੈ। ਮਤ ਕੀ? ਵੀ ਅੰਮ੍ਰਿਤ ਵੇਲਾ ਸੰਭਾਲਣਾ ਹੈ। ਮਤ ਗੁਰੂ ਨੇ ਦਿੱਤੀ, ਮਤ ਧਾਰਨ ਕਰ ਲਈ, ਉਹ ਬੰਦਾ ਉਦਮੀ ਵੀ ਬਣ ਗਿਆ। ਅੰਮ੍ਰਿਤ ਵੇਲੇ ਉੱਠਣਾ ਉਹਨੇ ਸ਼ੁਰੂ ਕਰ ਦਿੱਤਾ। ਮਹਾਰਾਜ ਕਹਿੰਦੇ ਹੈ ਵੀ ਮਨ ਨੂੰ ਸਮਝਾਉਣਾ ਚਾਹੀਦਾ ਵੀ ਆਲਸ ਕਿਆ ਕਰੇ, ਕੋਈ ਆਲਸੀ ਕਿਉਂ ਬਣਦਾ ਹੈ। ਸਾਡੇ ਉਸਤਾਦ ਜੀ ਕਹਿੰਦੇ ਹਨ ਮਨ ਨੂੰ ਪੁੱਤ ਬਣਾ ਕੇ ਰੱਖਣਾ, ਮਨ ਨੂੰ ਕਿਉਂ ਨਹੀਂ ਬਣਾਉਣਾ। ਮਨ ਦੇ ਆਖੇ ਨਹੀਂ ਲੱਗਣਾ, ਮਨ ਨੂੰ ਆਖੇ ਲਾਉਣਾ। ਅਸੀਂ ਮਨ ਦੇ ਆਖੇ ਲੱਗਦੇ, ਮਨ ਨਹੀਂ ਮੰਨਦਾ ਸਾਡਾ। ਮਨ ਤੋਂ ਉੱਠਣ ਨੂੰ ਨਹੀਂ ਕਰਦਾ, ਦੇੜ ਹੀ ਨਹੀਂ ਕਰਦਾ। ਔਰ ਅਲਾਰਮ ਲਾਇਆ ਹੁੰਦਾ ਕਈਆਂ ਨੂੰ, 3-3 ਵਾਰੀ 4-4 ਵਾਰੀ ਅਲਾਰਮ ਵੱਜਦਾ, ਫਿਰ ਕਿਤੇ ਜਾ ਕੇ ਉੱਠਦੇ ਆ। ਤੇ ਜੇ ਮਨ ਨੂੰ ਸਮਝਾ ਲਿਆ ਜਾਵੇ ਤਾਂ ਫਿਰ ਅਲਾਰਮ ਦੀ ਵੀ ਲੋੜ ਨਹੀਂ ਪੈਂਦੀ ਹੈ। ਇਹ ਮਹਾਰਾਜ ਕਹਿੰਦੇ ਸਮਝਾ ਲੈਣਾ ਚਾਹੀਦਾ। ਇਹ ਮਨ ਆਲਸ ਕਿਆ ਕਰੇ, ਗੁਰਮੁਖ ਨਾਮ ਧਿਆਏ। ਚੱਲ ਮਨਾ ਗੁਰੂ ਦੀ ਸਿੱਖਿਆ ਧਾਰਨ ਕਰਕੇ ਨਾਮ ਜਪਿਆ ਕਰ। ਇਹ ਆਪਣੇ ਆਪ ਨਾਲ ਗੱਲ ਹੈ, ਕਰ ਲੈਣੀ ਚਾਹੀਦੀ ਕਿਤੇ ਨਾ ਕਿਤੇ। ਅਸੀਂ ਦੂਜਿਆਂ ਨੂੰ ਬੜਾ ਸਮਝਾਉਂਦੇ ਆ। ਆਪਾਂ ਗੁਰਦੁਆਰੇ ਰੋਜ਼ ਆਈਏ ਨਾ ਤੇ ਗੁਆਂਢੀਆਂ ਦੇ ਘਰੇ ਸਾਡੀ ਨਿਗਾਹ ਜ਼ਰੂਰ ਜਾਂਦੀ ਹੈ ਵੀ ਉਹ ਵੇਖੋ ਅਜੇ ਵੀ ਸੁੱਤੇ ਪਏ ਨੇ, 12 ਵੱਜ ਗਏ ਆ। 12 ਨਹੀਂ ਵੱਜੇ ਹੁੰਦੇ, ਟਾਈਮ ਭਾਵੇਂ ਸਵੇਰ ਦਾ ਜੇ ਸੂਰਜ ਵੀ ਨਹੀਂ ਚੜ੍ਹਿਆ ਹੁੰਦਾ, ਅਸੀਂ ਉਹ 12 ਹੀ ਕਹਿੰਦੇ ਹੁੰਦੇ ਆ ਵੀ 12 ਵੱਜ ਗਏ। ਕਿਉਂਕਿ ਮੈਂ ਰੋਜ਼ ਗੁਰਦੁਆਰੇ ਜਾਂਦਾ, ਇਹਨਾਂ ਨੂੰ ਤੇ 12 ਵਜੇ ਤੱਕ ਇਹਨਾਂ ਦੀ ਜਾਗ ਹੀ ਨਹੀਂ, ਨੀਂਦ ਹੀ ਨਹੀਂ ਖੁੱਲ੍ਹਦੀ, ਜਾਗਦੇ ਹੀ ਨਹੀਂ ਹੈ। ਮਹਾਰਾਜ ਕਹਿੰਦੇ ਦੂਸਰੇ ਨੂੰ ਨਾ ਠਾ ਵੀ ਦੂਸਰਾ ਸੁੱਤਾ ਹੈ, ਆਪਣੇ ਆਪ ਨੂੰ ਠਾ ਵੀ ਮੈਂ ਸੁੱਤਾ ਹੋਇਆ। ਕਿਆ ਤੂੰ ਸੋਇਆ ਜਾਗ ਇਹ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਗੁਰਮੁਖ ਬਣ, ਗੁਰੂ ਦੀ ਸਿੱਖਿਆ ਤੇ ਚੱਲ। ਆਵਾਜ਼ਾਂ ਗੁਰੂ ਰੋਜ਼ ਮਾਰਦਾ ਹੈ। ਆਪ ਉਹ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਨਿਤਨੇਮ ਹੋਇਆ ਨਾ 4:45 ਵਜੇ ਪਹਿਲੀ ਅਰਦਾਸ ਹੁੰਦੀ ਹੈ ਜੀ। ਤੇ ਮੇਰੇ ਖਿਆਲ 3:30-4 ਵਜੇ ਨਾ 35, 36, 37 ਮਿੰਟ ਤੇ ਇਹ ਬਚਨ ਪੜ੍ਹੇ ਜਾਂਦੇ ਆ। 4 ਵੱਜ ਕੇ ਇਸ ਸਥਾਨ ਤੋਂ ਹੀ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਜਿਹੜੇ ਬਹੁਤੇ ਉੱਦਮੀ ਹੈ ਉਹ ਤੇ ਰਾਤ ਨੂੰ ਆ ਜਾਂਦੇ ਨੇ ਇੱਥੇ 1 ਵਜੇ।
ਗੁਰਮੁਖੋ ਕਾਫੀ ਹੁਣ ਸੰਗਤ ਇੱਥੇ ਅੰਮ੍ਰਿਤ ਵੇਲੇ ਆਉਂਦੀ ਹੈ, ਉਹ ਸਾਰੇ ਦਰਬਾਰ ਦੀ ਧੁਆਈ ਕਰਦੀ ਹੈ। ਤੇ ਜਿਹੜੇ ਜਿਹੜੇ ਨਹੀਂ ਉਹ ਫਿਰ ਕਈ ਤੇ ਹੁੰਦੇ ਜਿਹੜੇ ਉਦਮੀ ਆਪੇ ਹੀ ਉੱਠ ਪੈਂਦੇ, ਕਈ ਫਿਰ ਆਵਾਜ਼ ਦਿੱਤੇ ਉੱਠਦੇ, ਕਈਆਂ ਨੂੰ ਮਾਮਾ ਠੋਕਦੀਆਂ ਚੱਲ ਬੇਟਾ ਉੱਠ, ਚੱਲ ਬੇਟਾ ਉੱਠ, ਸਕੂਲ ਜਾਣਾ, ਸਕੂਲ ਜਾਣਾ। ਜਿਹੜੇ ਨਹੀਂ ਉੱਠਦੇ ਫਿਰ ਗੁਰੂ ਸਾਹਿਬ ਉਹਨਾਂ ਨੂੰ ਆਵਾਜ਼ ਦਿੰਦੇ ਆ, ਆਪ ਉਹ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ। ਜਿਹੜੇ ਥੋੜ੍ਹੇ ਜਿਹੇ ਆਲਸੀ ਬਹੁਤ ਹੀ ਉਦਮੀ ਨੇ ਉਹ ਫਿਰ ਗੁਰੂ ਸਾਹਿਬ ਦੀ ਆਵਾਜ਼ ਸੁਣ ਕੇ ਉੱਠਦੇ ਆ। ਵੈਸੇ ਬੱਚਾ ਆਪਣੇ ਆਪ ਉੱਠੇ ਬਹੁਤ ਚੰਗੀ ਗੱਲ ਹੈ, ਮਾਂ ਦੇ ਕਹਿਣ ਤੇ ਉੱਠੇ ਤਾਂ ਵੀ ਚੰਗੀ ਗੱਲ ਹੈ। ਚਲੋ ਅਸੀਂ ਗੁਰੂ ਸਾਹਿਬ ਦੇ ਬਹੁਤੇ ਸਰੀਰ ਉੱਠਦੇ, ਬਾਬਾ ਬੋਲਿਆ ਚਲੋ ਉੱਠੋ ਭਾਈ, ਉਹ ਵੀ ਚੰਗੀ ਗੱਲ ਹੈ ਵੀ ਬਾਬਾ ਬੋਲਿਆ ਚਲੋ ਉੱਠਣਾ ਚਾਹੀਦਾ, ਇਹ ਵੀ ਚੰਗੀ ਗੱਲ ਹੈ। ਪਰ ਇਸ ਤੋਂ ਵੀ ਪਹਿਲਾਂ ਸਾਨੂੰ ਉਦਮੀ ਬਣਨਾ ਚਾਹੀਦਾ, ਆਪਣੇ ਆਪ ਉੱਠਣਾ ਚਾਹੀਦਾ। ਅੱਜ ਮੇਰੇ ਮਨ 'ਚ ਵਿਚਾਰ ਆ ਰਹੀ ਵੀ ਰਾਤ ਨੂੰ 2 ਵਜੇ ਉੱਠਿਆ ਕਰਾਂਗੇ। ਉਹ ਵੈਸੇ ਹੀ ਸਵੇਰੇ ਵਿਚਾਰ ਆ ਰਹੀ ਸੀ ਵੀ 2 ਵਜੇ ਉੱਠ ਕੇ ਰਾਤ ਨੂੰ ਨਿਤਨੇਮ ਕਰਨਾ ਚਾਹੀਦਾ, ਫਿਰ ਚਲੋ ਘੰਟਾ ਆਰਾਮ ਕਰਕੇ ਫਿਰ ਇਸ ਪਾਸੇ ਹੋ। ਤੇ ਉਦਮੀ ਬਣਾਵਾਂਗੇ ਆਪਣੇ ਆਪ ਨੂੰ ਉਦਮ ਬਣੇਗਾ, ਨਹੀਂ ਤੇ ਜੇ ਆਲਸ ਧਾਰਨ ਕਰਕੇ ਇੱਕ ਖਾਣਾ ਤੇ ਨੀਂਦ ਜਿੰਨੀ ਮਰਜ਼ੀ ਤੁਸੀਂ ਵਧਾ ਸਕਦੇ ਹੋ, ਇਹਨੂੰ ਜਿੰਨੀ ਮਰਜ਼ੀ ਘਟਾ ਵੀ ਸਕਦੇ ਹੋ। ਖਾਣਾ ਤੇ ਨੀਂਦ, ਤੇ ਅਸਲ ਦੇ ਵਿੱਚ ਉੱਠਣਗੇ ਉਹ ਜਿਨ੍ਹਾਂ ਨੇ ਖਾਣਾ ਘੱਟ ਕਰ ਦਿੱਤਾ ਹੈ। ਤੇ 2 ਚੀਜ਼ਾਂ, ਜੇ ਖਾਣਾ ਘੱਟ ਨਹੀਂ ਹੈ ਫਿਰ ਉੱਠਿਆ ਵੀ ਨਹੀਂ ਜਾਣਾ। ਇਹ 2 ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਤੇ ਉਹ ਮਹਾਰਾਜ ਕਹਿੰਦੇ ਪੇਟ ਭਰੇ ਅਪਰਾਧੀ, ਉਹ ਅਪਰਾਧੀ ਬੰਦੇ ਨੇ ਜਿਹੜੇ ਪੇਟ ਭਰ ਕੇ ਖਾ ਕੇ ਆਪ ਕੇ ਸੁੱਤੇ ਰਹਿੰਦੇ ਨੇ, ਉਹਦਾ ਧੰਨਵਾਦ ਨਹੀਂ ਜਿਹਨੇ ਪੇਟ ਭਰ ਕੇ ਦਿੱਤਾ ਸੀ। ਮਹਾਰਾਜ ਕਹਿੰਦੇ ਮੰਗਣ ਵਾਲਿਆਂ ਨੂੰ ਵੀ ਕਹਿੰਦੇ ਘਰ ਘਰ ਖਾਇਆ ਪਿੰਡ ਵਧਾਇਆ ਖਿਲਥਾ ਬੰਦਾ ਮਾਇਆ। ਮਹਾਰਾਜ ਕਹਿੰਦੇ ਉਹਨਾਂ ਨੇ ਖੱਬਣੀ ਪਾਲੀ, ਮੁੰਦਰਾਂ ਪਾਲੀਆਂ, ਮੰਗ ਕੇ ਖਾਣ ਲੱਗ ਪਏ, ਢਿੱਡ ਵਧਾ ਲਿਆ। ਤੇ ਉਹ ਮਹਾਰਾਜ ਕਹਿੰਦੇ ਉਦਮੀ ਬੰਦੇ ਨਹੀਂ ਹੈ, ਮੰਗ ਕੇ ਖਾਣ ਵਾਲਾ ਉਦਮੀ ਨਹੀਂ ਹੈ। ਇਹ ਤੇ ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ, ਮਨ ਆਲਸ ਕਿਆ ਕਰੇ। ਕਿਤੇ ਆਲਸ ਹੋਵੇ ਨਾ ਅਗਲੇ ਦਿਨ ਥੋੜ੍ਹਾ ਜਿਹਾ ਮਨ ਨੂੰ ਖਿੱਚ ਕੇ ਰੱਖਣਾ ਚਾਹੀਦਾ ਵੀ ਕੱਲ੍ਹ ਨਹੀਂ ਨਾ ਉੱਠਿਆ, ਅੱਜ ਤੈਨੂੰ ਸੌਣ ਹੀ ਨਹੀਂ ਦੇਣਾ। ਚੱਲ ਕੰਮ ਵਾਲੀ ਬਾਣੀ ਪੜ੍ਹ ਅੱਜ, ਉਹ ਫਿਰ ਮਨ ਥੋੜ੍ਹੀ ਜਿਹੀ ਹਿੰਮਤ ਜ਼ਰੂਰ ਕਰੇਗਾ। ਆਪਣੇ ਆਪ ਨੂੰ ਕਈ ਵਾਰੀ ਇਹੋ ਜਿਹਾ ਬਣਾ ਲੈਣਾ ਚਾਹੀਦਾ ਵੀ ਭਾਈ ਮੈਂ ਕੱਲ੍ਹ ਆਲਸ ਸੀ, ਅੱਜ ਨਹੀਂ ਹੈ। ਔਰ ਕੱਲ੍ਹ ਜਿਹੜਾ ਆਲਸ ਕੀਤਾ ਸੀ ਉਹਦੀ ਸਜ਼ਾ ਵੀ ਮਨ ਨੂੰ ਦੇਣੀ ਹੈ। ਆਲਸ ਕਿਆ ਕਰੇ ਗੁਰਮੁਖ ਨਾਮ ਧਿਆਏ ਮਨ, ਆਲਸ ਕੀ ਕਰਦਾ ਹੈ? ਚੱਲ ਗੁਰੂ ਦੇ ਸਨਮੁਖ ਹੋ ਕੇ ਨਾਮ ਨੂੰ ਜਪਣਾ ਕਰ। ਵਿਸਰਾਮ ਦੇ ਕੇ ਮਹਾਰਾਜ ਕਹਿੰਦੇ ਹਨ ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਵਿਚਾਰ ਕਰਦੇ ਨਾ ਗੁਰੂ ਕੋਲ ਬੈਠ ਕੇ, ਹਰ ਭਗਤ ਹਰ ਕਾ ਪਿਆਰ ਹੈ। ਭਗਤੀ ਕਰਨ ਵਾਲੇ ਦਾ ਪਿਆਰ ਰੱਬ ਪ੍ਰਤੀ ਪ੍ਰਗਟ ਹੁੰਦਾ ਹੈ। ਭਗਤੀ ਕਰੇਗਾ ਕੌਣ? ਜਿਹਦੇ ਅੰਦਰ ਪਿਆਰ ਹੈ। ਜਿਹਦੇ ਅੰਦਰ ਪਿਆਰ ਨਹੀਂ, ਭਗਤੀ ਨਹੀਂ ਕਰੇਗਾ। ਤੁਹਾਡਾ ਗੁਰੂ ਸਾਹਿਬ ਨਾਲ ਪਿਆਰ ਹੈ, ਤੁਸੀਂ ਇੱਥੇ ਆਓਗੇ, ਤੁਹਾਡਾ ਪਿਆਰ ਇਹਨੂੰ ਤੁਸੀਂ ਆਓਗੇ ਕੀ ਲੈਣ? ਕਿਸੇ ਰਿਸ਼ਤੇਦਾਰ ਨਾਲ ਤੁਹਾਡਾ ਨੇਹ ਹੈ, ਪਿਆਰ ਹੈ, ਮੁਹੱਬਤ ਹੈ, ਤੁਸੀਂ ਉਹਨੂੰ ਮਿਲਣ ਜਾਓਗੇ, ਭਾਵੇਂ ਤੁਹਾਡਾ 20 ਲੀਟਰ ਪੈਟਰੋਲ ਵੀ ਲੱਗਦਾ ਹੈ, 20 ਲੀਟਰ ਤੁਸੀਂ ਡੀਜ਼ਲ ਫੂਕ ਕੇ ਬੱਸ 'ਤੇ ਜਾਂਦੇ ਹੋ, ਟ੍ਰੇਨ 'ਤੇ ਜਾਂਦੇ ਹੋ, ਪਲੇਨ 'ਤੇ ਜਾਂਦੇ ਹੋ, ਜਿਹਦੇ ਨਾਲ ਪਿਆਰ ਹੀ ਨਹੀਂ, ਤੁਸੀਂ ਜਾਓਗੇ ਕਿਉਂ ਵੀ? ਕਦੇ ਵੀ ਨਹੀਂ ਜਾਓਗੇ। ਭਗਤੀ ਉਹ ਕਰਦੇ ਜਿਨ੍ਹਾਂ ਦਾ ਭਗਤੀ ਨਾਲ ਪਿਆਰ ਹੈ। ਤੇ ਮਹਾਰਾਜ ਕਹਿੰਦੇ ਪਿਆਰ ਕਰਨ ਵਾਲਿਆਂ ਨੂੰ ਪਰਮਾਤਮਾ ਮਿਲਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਵਾਯੂ। ਜੇ ਪ੍ਰੇਮ ਹੈ ਫਿਰ ਵਾਰ-ਵਾਰ ਵਾਹਿਗੁਰੂ 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 ਰਸਨਾ ਤੋਂ ਨਿਕਲੇਗਾ। ਜੇ ਪ੍ਰੇਮ ਨਹੀਂ ਭਾਈ, ਉਹ ਜਪ ਨਹੀਂ ਸਕੇਗਾ। ਜਿਹੜੇ ਗੁਰੂ ਕੋਲ ਬੈਠ ਕੇ ਵਿਚਾਰ ਕਰਦੇ ਨੇ ਭਾਈ, ਉਹਨਾਂ ਦਾ ਪਿਆਰ ਜਿਹੜਾ ਭਗਤੀ ਦਾ ਹੀ ਪ੍ਰਗਟ ਹੋ ਜਾਂਦਾ ਹੈ। ਪਾਖੰਡ ਭਗਤ ਨਾ ਹੋਵਈ, ਤੁਧ ਦਾ ਗੁਣ ਗੁਆਰ। ਮਹਾਰਾਜ ਕਹਿੰਦੇ ਪਖੰਡ ਕੀਤਿਆਂ ਭਗਤੀ ਨਹੀਂ ਹੁੰਦੀ ਹੈ। ਅੱਜ ਬਹੁਤੇ ਭਗਤੀ ਨਹੀਂ ਕਰਦੇ, ਮਾਫ ਕਰਨਾ, ਬਹੁਤੇ ਪਖੰਡ ਕਰਦੇ ਆ। ਭਗਤੀ ਕਰਨ ਦਾ ਪਖੰਡ ਕਰਦੇ ਆ। ਤੇ ਦੁਬਦਾ 'ਚ ਪਏ ਉਹਨੇ ਕੋਲ ਖਵਾਬ, ਉਹ ਦੁਬਦਾ 'ਚ ਪੈ ਕੇ ਉਹਨਾਂ ਦੇ ਕੋਲ ਵੀ ਖਵਾਬ ਹੋ ਜਾਂਦੇ ਆ। ਜਿਹੜਾ ਬੰਦਾ ਨਕਲੀ ਜਿਹਾ ਬੋਲਦਾ ਨਾ, ਨਕਲੀ ਜਿਹਾ, ਉਹ ਪਖੰਡੀ ਹੁੰਦਾ ਹੈ। ਜਿਹੜਾ ਬਹੁਤਾ ਐਵੇਂ ਉਹ ਕਿਸੇ ਨੂੰ ਠੱਗਣ ਵਾਸਤੇ ਐਵੇਂ ਲਾਲਚੀ ਜਿਹਾ, ਪਤਾ ਵੈਸੇ ਲੱਗ ਜਾਂਦਾ ਵੀ ਇਹ ਲਾਲਚ 'ਚ ਆ ਕੇ ਕੁਝ ਕਰਦੇ ਆ। ਮਰਦ ਕਹਿੰਦੇ ਪਖੰਡ ਬਹੁਤ ਹੈ, ਧਰਮ ਨਹੀਂ ਹੈ। ਤੇ ਪਖੰਡੀ ਬੰਦਾ ਭਗਤੀ ਨਹੀਂ ਕਰ ਸਕਦਾ, ਉਹ ਗੋਲ ਖਵਾਰ ਹੀ ਹੁੰਦੇ ਹਨ। ਸੋ ਜਨ ਰੜਾਇਆ ਨਾ ਰੜੈ, ਜਿਸ ਅੰਦਰ ਵਿਵੇਕ ਵਿਚਾਰ। ਮਹਾਰਾਜ ਕਹਿੰਦੇ ਜਿਹਦੇ ਅੰਦਰ ਵਿਵੇਕ ਵਿਚਾਰ ਹੈ ਨਾ, ਅਸੀਂ ਇਹਦਾ ਦਾੜ ਮੰਗਦੇ ਹਾਂ ਰੋਜ਼ ਗੁਰੂ
ਸਾਹਿਬ ਦੇ ਚਰਨਾਂ 'ਚ ਹੱਥ ਜੋੜ ਕੇ ਖੜੇ ਨੇ ਅਸੀਂ ਸਾਰੇ ਮੰਗਣ ਵਾਸਤੇ। ਵਿਵੇਕ ਬੁੱਧੀ ਰੋਜ਼ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਵਿਵੇਕ ਦਾ ਹੁੰਦਾ ਸਮਝ, ਕਾਹਦੀ ਸਮਝ? ਚੰਗੇ ਦੀ ਤੇ ਮਾੜੇ ਦੀ। ਚੰਗਾ ਕਰਮ ਕੀ ਹੈ, ਮਾੜਾ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ, ਕਿਸ ਕਰਮ ਦਾ ਲਾਭ ਹੈ, ਕਿਹੜਾ ਕਰਮ ਕੀਤਿਆਂ ਮੇਰੇ ਔਗਣ ਮੇਰੇ ਗੁਣ ਸੜ ਜਾਣਗੇ ਔਰ ਔਗਣ ਅੰਦਰ ਆ ਜਾਣਗੇ। ਚੰਗੇ ਮਾੜੇ ਦੀ ਵਿਚਾਰ ਨੂੰ ਵਿਵੇਕ ਬੁੱਧੀ ਕਹਿੰਦੇ ਆ। ਪੁੰਨ ਕੀ ਹੈ, ਪਾਪ ਕੀ ਹੈ, ਭਗਤੀ ਕੀ ਹੈ, ਨਾਸਤਿਕਤਾ ਕੀ ਹੈ, ਇਸ ਸਾਰੀ ਗੱਲ ਦੀ ਸੋਝੀ ਆ। ਇਹਨੂੰ ਵਿਵੇਕ ਬੁੱਧੀ ਵਾਲਾ ਕਹਿੰਦੇ ਆ। ਤੇ ਮਹਾਰਾਜ ਕਹਿੰਦੇ ਉਹ ਬੰਦਾ ਸੋ ਜਨ ਰਲਾਇਆ ਨਾ ਰਲਿਓ, ਪਖੰਡੀਆਂ 'ਚ ਰਲਾਇਆ ਨਹੀਂ ਜੇ ਰਲਦਾ। ਰੀਜਨਲ ਜਿਹੜਾ ਨਾ ਅਸਲੀ ਹੈ, ਉਹਨੂੰ ਅਸੀਂ ਪਖੰਡੀਆਂ 'ਚ ਨਹੀਂ ਰਲਾ ਸਕਦੇ। ਉਹ ਅਡਰਕ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਮੰਨ ਲਓ ਬਗਲਾ ਤੇ ਹੰਸ ਸਰੀਰ ਇੱਕੋ ਜਿਹਾ ਹੈ, ਉਹਨਾਂ ਨੂੰ ਇਕੱਠੇ ਬਿਠਾ ਦਿਓ, 10 ਹੰਸ ਲੈ ਲਓ, 10 ਬਗਲੇ ਲੈ ਲਓ, ਰਲ ਤੇ ਗਏ ਹੋ। ਵੇਖਣ ਨੂੰ ਹੋ ਸਕਦਾ ਵੀ ਸਾਨੂੰ ਐ ਵੀ ਅਸੀਂ ਹੰਸ ਨੂੰ ਬਗਲਾ ਕਹਿ ਦਈਏ ਤੇ ਬਗਲੇ ਨੂੰ ਹੰਸ ਕਹਿ ਦਈਏ। ਵੇਖਿਆ ਐਸਾ ਕੁਝ ਹੁੰਦਾ ਨਾ। ਕਈ ਵਾਰੀ ਅਸੀਂ ਦੂਰੋਂ ਕਿਸੇ ਨੂੰ ਵੇਖ ਕੇ ਨਾ ਕਹਿ ਦਿੰਦੇ ਵੀ ਉਹ ਬੜੀ ਜੁੜੀ ਹੋਈ ਰੂਹ ਹੈ, ਤੇ ਜਦੋਂ ਵਾਹ ਪੈਂਦਾ ਨਿਕਲਦਾ ਵਿੱਚੋਂ ਕੱਖ ਵੀ ਨਹੀਂ ਹੈ। ਅਸਲ ਵਿੱਚ ਉਹ ਜੁੜਿਆ ਹੀ ਨਹੀਂ ਹੁੰਦਾ। ਉਹ ਪਖੰਡ ਸੀ, ਉਹ ਵਿਖਾਵਾ ਸੀ, ਉਹ ਸੱਚ ਨਹੀਂ ਜੋ ਅਸੀਂ ਸੱਚ ਸਮਝ ਲਿਆ। ਹੁਣ ਹੰਸ ਤੇ ਬਗਲੇ ਰਲੇ ਹੋਏ ਨੇ, ਤੇ ਉਹਨਾਂ ਦੀ ਜੇ ਪਰਖ ਕਰਨੀ ਹੈ ਨਾ, ਤੇ ਉਹਨਾਂ ਨੂੰ ਫਿਰ ਖਾਣਾ ਦੇ ਦਿਓ। ਤਾਂ ਜਿਹੜਾ ਡੱਡੂ ਹੈ, ਉਹ ਮਾਫ ਕਰਨਾ, ਜਿਹੜਾ ਬਗਲਾ ਹੈ ਉਹ ਡੱਡੀਆਂ ਤੇ ਮੱਛੀਆਂ ਪਕੜੇਗਾ। ਹੰਸ ਜਿਹੜਾ ਹੈ ਉਹ ਜਾਂ ਤੇ ਦੁੱਧ ਪੀਂਦਾ ਜਾਂ ਫਿਰ ਉਹ ਹੀਰੇ ਮੋਤੀ ਖਾਂਦਾ ਹੈ। ਹੁਣ ਪਰਖ ਕਦੋਂ ਹੋਈ? ਉਹਨਾਂ ਦੇ ਖਾਣੇ ਤੋਂ। ਸਰੀਰ ਇੱਕੋ ਜਿਹਾ ਹੀ ਹੈ। ਹੰਸਾਂ ਵੇਗ ਤਰੰਦਿਆ ਬੱਗਾ ਤੇ ਆਇਆ ਚਾਓ, ਡੁੱਬ ਮੂਏ ਬੱਗ ਬੱਪੜੇ ਸਿਰ ਤਾਲ ਉੱਪਰ ਪਾਉ। ਮਹਾਰਾਜ ਕਹਿੰਦੇ ਹੰਸ ਬਗਲਿਆਂ 'ਚ ਰਲਾਇਆ ਨਹੀਂ ਰਲਦਾ। ਉਹਦੀ ਸੋਚ ਬਹੁਤ ਅਲੱਗ ਹੈ। ਸਰੀਰ ਬਗਲੇ ਵਰਗਾ। ਧਾਰਮਿਕ ਬੰਦੇ ਬਾਣਾ ਤੇ ਇੱਕੋ ਜਿਹਾ ਹੀ ਪਾਉਂਦੇ ਆ। ਸੱਜਣ ਠੱਗ ਉਹਨੇ ਸ਼ਰਾਬ ਬਣਾਈ ਸੀ ਤੇ ਆਏ ਨੂੰ ਲੰਗਰ ਵੀ ਛਕਾਉਂਦਾ ਹੈ। ਸ਼ਰਾਬ 'ਚ ਰਹਿਣ ਦੀ ਜਗ੍ਹਾ ਦਿੰਦਾ ਸੀ। ਸ਼ਰਾਬ ਬਣਾਈ ਸੀ, ਰਾਤ ਰਹਿਣ ਵਾਲੇ ਨੂੰ ਮਾਰ ਦਿੰਦਾ ਸੀ। ਉਹਨੇ ਖੂਹ ਬਣਾਇਆ ਸੀ, ਕਹਿੰਦੇ ਮਾਰ ਕੇ ਖੂਹ 'ਚ ਲਾ ਸੁੱਟ ਦਿੰਦਾ। ਤੇ ਲੋਕ ਬੜਾ, ਭਾਈ ਪ੍ਰਧਾਨਾ ਜੀ ਵੀ ਕਹਿੰਦੇ ਮਹਾਰਾਜ ਬੜਾ ਬੰਦਾ ਧਾਰਮਿਕ ਹੈ, ਬਾਣਾ ਵੇਖਿਆ। ਉਹ ਜਦੋਂ ਸ਼ਾਮ ਨੂੰ ਆਏ ਤੇ ਮਹਾਰਾਜ ਨੂੰ ਕਹਿੰਦੇ ਜੜ ਲਿਆਈਏ। ਮਹਾਰਾਜ ਕਹਿੰਦੇ ਨਹੀਂ ਛਕਣਾ। ਕਹਿੰਦੇ ਪ੍ਰਸ਼ਾਦਾ। ਮਹਾਰਾਜ ਕਹਿੰਦੇ ਨਹੀਂ। ਮਹਾਰਾਜ ਦੁੱਧ ਸ਼ਕਲ ਨਹੀਂ ਲਿਆਈਏ। ਮਹਾਰਾਜ ਕਹਿੰਦੇ ਨਹੀਂ। ਤੇ ਭਾਈ ਪ੍ਰਧਾਨਾ ਜੀ ਕੋਲ ਕੁਛ ਬੋਲ ਤੇ ਸਕਦੇ ਨਹੀਂ। ਉਹਨਾਂ ਗੁੱਸਾ ਵੀ ਕੀਤਾ। ਕਹਿੰਦੇ ਮਹਾਰਾਜ ਮੈਂ ਤੇ ਜਲ ਵੀ ਛਕਣਾ ਸੀ, ਪ੍ਰਸ਼ਾਦਾ ਵੀ ਛਕਣਾ ਸੀ, ਮੈਂ ਤੇ ਦੁੱਧ ਵੀ ਛਕਣਾ ਸੀ, ਤੇ ਤੁਸੀਂ ਤੇ ਨਾ ਕਰੀ ਗਏ। ਮਹਾਰਾਜ ਕਹਿੰਦੇ ਭਾਵੇਂ ਜਲ ਲਿਆਉਂਦਾ, ਪ੍ਰਸ਼ਾਦਾ ਲਿਆਉਂਦਾ, ਦੁੱਧ ਲਿਆਉਂਦਾ, ਹਰੇਕ ਚੀਜ਼ 'ਚ ਇਹਨੇ ਜ਼ਹਿਰ ਪਾ ਕੇ ਲਿਆਉਣਾ ਸੀ ਸਾਨੂੰ ਮਾਰਨ ਵਾਸਤੇ। ਕਹਿੰਦਾ ਮਹਾਰਾਜ ਵੀ ਇਹੋ ਜਿਹਾ ਬੰਦਾ ਲੱਗਦਾ ਤੇ ਨਹੀਂ ਹੈ। ਇਹ ਤੇ ਬੜਾ ਧਾਰਮਿਕ ਹੈ। ਮਹਾਰਾਜ ਕਹਿੰਦੇ ਦੇਖ ਰਿਹਾ ਧਾਰਮਿਕ, ਇਹ ਧਾਰਮਿਕ ਹੈ ਨਹੀਂ ਹੈ। ਪਤਾ ਨਹੀਂ ਕਿੰਨੇ ਕੁ ਬੰਦਿਆਂ ਦਾ ਕਾਤਲ ਹੈ। ਪਖੰਡ ਸੀ ਨਾ। ਪਖੰਡ ਭਗਤ ਨਾ ਹੋ ਗਈ। ਦੁੱਧ ਦਾ ਬੋਲ ਖਬਾਰ ਪਹਿਲਾਂ ਹੀ ਆਪਾਂ ਬਚਨ ਪੜ੍ਹਦੇ। ਸੋ ਜਨ ਰਲਾਇਆ ਨਾ ਰਲੇ, ਜਿਸ ਅੰਤਰ ਵਿਵੇਕ ਵਿਚਾਰ। ਹੁਣ ਉਹ ਮਹਾਰਾਜ ਨੇ ਫਿਰ ਇੱਕ ਸ਼ਬਦ ਉਚਾਰਿਆ ਸੀ, ਉਜਲ ਕਹਿ ਹਾਂ ਚਿੜਕਣਾ ਘੋਟ ਮਕਾਲੜੀ ਬਸ ਧੋਤਿਆ ਝੂਠ ਨਾ ਉਤਰਿਆ ਜੇ ਸੋ ਧੋਵਾਂਦੇ। ਫਿਰ ਬੋਲ ਪਿਆ, ਕਹਿਣ ਲੱਗਾ ਜੀ ਤੇ ਮੇਰੀ ਅੰਦਰਲੀ ਅਵਸਥਾ। ਮਹਾਰਾਜ ਤੁਸੀਂ ਜਾਣਦੇ ਹੋ ਮੈਂ ਸਿਮਲ ਦੇ ਰੁੱਖ ਵਰਗਾ, ਅੰਦਰੋਂ ਪਖੰਡੀ ਹੈ, ਮੈਂ ਕਹਿਣ ਦੀ ਬਰਤਨ ਵਰਗਾ, ਮੇਰੇ ਅੰਦਰ ਕਾਲ। ਮਹਾਰਾਜ ਕਹਿੰਦੇ ਹਾਂ। ਕਹਿੰਦਾ ਜੀ ਫਿਰ ਕਿਰਪਾ ਕਰੋ। ਮਹਾਰਾਜ ਨੇ ਫਿਰ ਇੱਕ ਹੀ ਸ਼ਬਦ ਸੁਣਾ ਕੇ ਉਹਨੂੰ ਸੱਚ ਦੇ ਮਾਰਗ ਤੇ ਤੋਰ ਦਿੱਤਾ। ਮਹਾਰਾਜ ਕਹਿੰਦੇ ਜਿਹੜਾ ਭਗਤ ਹੈ ਨਾ ਸੱਚਾ, ਉਹ ਰਲਾਇਆ ਨਹੀਂ ਰਲਦਾ। ਹੰਸ ਬਗਲਿਆਂ 'ਚ ਨਹੀਂ ਰਲੇਗਾ। ਤੇ ਜਿਹਦੇ ਅੰਦਰ ਵਿਵੇਕ ਵਿਚਾਰ ਹੈ ਉਹ ਸਾਰਿਆਂ ਤੋਂ ਅੱਡਰ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਪਖੰਡੀ ਸੰਸਾਰੀ ਹੁੰਦਾ ਹੈ। ਉਹ ਕਈ ਵਾਰੀ ਨਾ ਬੰਦਾ ਅਵਸਥਾ ਬਿਆਨ ਹੋਰ ਕੁਝ ਕਰਦਾ, ਅਵਸਥਾ ਹੁੰਦੀ ਕੁਝ ਹੋਰ ਹੈ। ਮੈਂ ਪ੍ਰੈਕਟੀਕਲ ਵੇਖਿਆ ਅੱਜ ਤੋਂ 12-14 ਸਾਲ ਪਹਿਲਾਂ, ਸ਼ਾਇਦ 15 ਸਾਲ ਨਹੀਂ, ਇਸ ਤੋਂ ਵੀ ਜ਼ਿਆਦਾ ਹੋ ਗਿਆ ਜੇ ਇੱਥੇ ਸੇਵਾ ਨਹੀਂ ਸੀ। ਮੈਂ ਕਿਸੇ ਬਾਬੇ ਦੇ ਨਾਲ ਅਸੀਂ ਕਲਕੱਤੇ ਗਏ, ਸੰਥਿਆ ਲੈ ਕੇ ਆਏ ਹਾਂ। ਉਦੋਂ ਉਹ ਲੋਕ ਉਹਦੇ ਤੋਂ ਬੱਚਿਆਂ ਦੀਆਂ ਅਰਦਾਸਾਂ ਬੜੀਆਂ ਕਰਾਉਂਦੇ ਹਨ।
हैगा हजे भी बाबा हुण मेरी कोई उदों बाद मिलिया भी नहीं। मैं कुछ होर समझ के नाल गया ही पर निकलिया कुछ होर, वैसे तो ठगना ही लोगों ने। वो बड़े लोग उहदे ते विश्वास भी रखते हैं ते वो जे पाठ भी कराने ना, वो भी एक सिर्फ व्यापार जे करके ते उस तो बाद फिर मन नूं लगा भी ये नहीं जो समझ के गए ही इहदे नाल ते वो निकलिया ही नहीं है, ये तो सिर्फ लोगों तो पैसे हड़पण वाली गल है। ते वो फिर ਉਹੋ ਜਿਹਾ ਬੰਦਾ ਦੱਸੋ ਕਿਸੇ ਦਾ ਕੀ ਸਵਾਰ ਸਕਦਾ ਹੈ। ਮਹਾਰਾਜ ਨੇ ਇਹੀ ਬਚਨ ਕਹੇ, ਮਹਾਰਾਜ ਕਹਿੰਦੇ ਜਿਹਦੇ ਅੰਦਰ ਵੇਖ ਵਿਚਾਰ ਜੋ ਰਲਾਇਆ ਰਲਦਾ ਨਹੀਂ, ਪਖੰਡੀ ਬੰਦਾ ਧਰਮ ਦੇ ਨਾਂ ਤੇ ਧੋਖਾ ਦਿੰਦਾ ਹੈ। ਸੋ ਸੇਵਕ ਹਰਿ ਆਖੀਐ, ਜੋ ਹਰਿ ਰਾਖੈ ਉਰ ਧਾਰ। ਮਹਾਰਾਜ ਕਹਿੰਦੇ ਸੋ ਸੇਵਕ ਹਰਿ ਆਖੀਐ, ਹਰਿ ਦਾ ਸੇਵਕ ਉਹਨੂੰ ਆਖੋ, ਇਹਨੂੰ ਜੀ ਹਰਿ ਰਾਖੇ ਉਰ ਧਾਰ, ਜਿਹੜਾ ਉਸ ਹਰ ਨੂੰ ਹਿਰਦੇ 'ਚ ਧਾਰਨ ਕਰਕੇ ਰੱਖਦਾ ਹੈ, ਭਾਵ ਕਿ ਹਿਰਦੇ 'ਚ ਸਦਾ ਹੀ ਵਸਾਉਂਦਾ ਹੈ। ਵਾਹਿਗੁਰੂ ਜੀ ਦੇ ਰੋਮ ਰੋਮ 'ਚ ਵਸਿਆ ਸੇਵਕ ਵੀ ਉਹ। ਪਰ ਜੇ ਗੁਰੂ ਗ੍ਰੰਥ ਸਾਹਿਬ 'ਚੋਂ ਆਪਾਂ ਸੇਵਕ ਦੇ ਅਰਥ ਕਰੀਏ ਨਾ, ਉਹ ਵੈਸੇ ਤਾਂ ਸੁਖਮਣੀ ਸਾਹਿਬ ਦੀ ਬਾਣੀ 'ਚ ਪ੍ਰਭ ਦਾ ਸੇਵਕ, ਉਹ ਸਾਰਾ ਜਿਹੜਾ ਸ਼ਬਦ ਇੱਕ ਵੱਧ ਹੀ ਆਉਂਦਾ ਹੈ। ਜਾਂ ਜੇ ਸਿੱਧੇ ਜਿਹੇ ਅਰਥ ਕਰਨੇ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਹ ਧਾਰ। ਜਿਹੜਾ ਸਿਰ ਵੱਢ ਕੇ ਭੇਟਾ ਕਰਦੇ ਅਸਲ ਵਿੱਚ ਸੇਵਕ ਉਹ ਹੈ। ਮਹਾਰਾਜ ਕਹਿੰਦੇ ਜਿਹੜਾ ਹਰ ਨੂੰ ਹਿਰਦੇ 'ਚ ਧਾਰਨ ਕਰਦੇ ਉਹ ਸੇਵਕ ਹੈ। ਮਨ ਤਨ ਸੌਂਪੇ ਆਗੇ ਧਰੇ, ਹਉਮੈ ਵਿੱਚੋਂ ਮਾਰ। ਉਹ ਸੇਵਕ ਹੈ ਜਿਹੜਾ ਆਪਣੀ ਹਉਮੈ ਨੂੰ ਵਿੱਚੋਂ ਮਾਰ ਕੇ ਨਾ ਤੇ ਮਨ ਤਨ ਸੌਂਪ ਦਿੰਦਾ, ਭੇਟਾ ਕਰ ਦਿੰਦਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। आइए गुर के ग्रह सेवक जो रहे गुर की आज्ञा मन में से। गुर के ग्रह सेवक, ग्रह का अर्थ नहीं भी गुरुद्वारे रहिंदा है, ग्रह का अर्थ गुरु की सिक्ख्या च जिहड़ा चल रहा, अपने घर भी रहिंदा है, गुरु की आज्ञा च जीवन जिउंदा है, गुरु के उपदेश की कमाई करता है। गुर की आज्ञा मन में सह है, वो गुरु घर दे विच असली रहिंदा है। तो महाराज कहते वो सेवक है ਜਿਹੜਾ ਹਿਰਦੇ 'ਚ ਧਾਰਨ ਕਰਕੇ ਰੱਖਦਾ परमात्मा ਨੂੰ, ਤੇ ਮਨਤਾ ਨੂੰ ਉਹਨੇ ਸੌਂਪ ਦਿੱਤਾ ਤੇ ਹਉਮੈ ਨੂੰ ਮਾਰ ਲਿਆ ਅੰਦਰੋਂ। ਬੜੀ ਔਖੀ ਗੱਲ ਹੈ। ਹਉਮੈ ਮਰ ਜੇ ਤੇ ਆਪਣਾ ਸਾਰਾ ਕੁਝ ਅਸੀਂ ਗੁਰੂ ਨੂੰ ਰੱਬ ਨੂੰ ਭੇਟਾ ਕਰ ਦਈਏ। ਭੇਟਾ ਕਰਨ ਦਾ ਅਰਥ ਇਹ ਨਹੀਂ ਘਰੋਂ ਸਾਰੀ ਜਾਇਦਾਦ ਲਿਆ ਕੇ ਗੋਲਕ 'ਚ ਪਾ ਦਿਓ, ਜਾਂ ਵੈਸੇ ਹੀ ਸਾਰੀ ਦਾਨ ਕਰ ਦਿਓ, ਤੁਸੀਂ ਰੱਖੋ ਕੁਝ ਨਾ। ਭੇਟਾ ਕਰਨ ਦਾ ਅਰਥ ਹੈ ਵੀ ਸਮਝ ਲਓ ਜੋ ਕੁਝ ਹੈ परमात्मा ਦਾ ਹੈ, ਸਾਡਾ ਕੁਝ ਵੀ ਨਹੀਂ ਹੈ, ਇਹੀ ਭੇਟਾ ਕਰਨਾ ਹੈ। मन भी तेरा, मन तन तेरा, धन भी तेरा, सारा कुछ तेरा ही तो है। बस ਉਹਦਾ ही समझना, मेरा कुछ मैं किस नहीं, यही ਉਹਨੂੰ ਭੇਟਾ करना है। ਗੁਰਮੁਖ ਸੋ ਪਰਵਾਨ ਹੈ, ਜੇ ਕਦੇ ਨਾ ਆਵੇ ਹਾਰ। ਮਹਾਰਾਜ ਕਹਿੰਦੇ ਜਿਹੜਾ ਕਦੇ ਹਾਰਦਾ ਨਹੀਂ ਉਹ ਧਨ ਹੈ, ਉਹ ਗੁਰਮੁਖ ਹੈ, ਤੇ ਉਹ ਹੀ ਰੱਬ ਦੇ ਘਰ ਪ੍ਰਵਾਨ ਹੈ। ਦੁੱਖ ਨਹੀਂ सब सुख ही है रे, एक ही नेते बुरा नहीं सब भला ही है रे, हार नहीं सब जित जित। चढ़ती कला का प्रतीक बंदा भाई चढ़ती कला च महाराज कहते उही गुरमुख है, उही रब दे घर प्रवान है, वो कदे हारदा नहीं, जिस दे होवे वल सो कदे ना हारदा। जां असीं बहुत मेरी शब्द मेरे कंठे सारिया जा तू मेरे वल है तो क्या, खुद सब कुछ मैनू सौंपिया जां तेरा। बस आज भी तू सारा कुछ तेरा ही है, तेरा बंदा है, ते तू मेरे नाल है, मैं हारांगा किवें? मैं हारांगा नहीं, मेरी जित ही है। बाणी लिखाउंदा एक भगत कहंदा भी असां नालों सेब भले जमदिया मर गए, भी मेरे नालों चंगे जिहड़े जमदिया मर गए। महाराज कहंदे हारे हुए बंदे की निशानी है, ये हारे बंदे दे बोल है, हारे बंदे की बाणी असीं गुरु ग्रंथ साहिब 'च नहीं लिख सकते। इत्थे जित ही, इत्थे हार है ही नहीं है। साडी खालसे की देग ते तेग 'च फतेह ही रही है हमेशा, और रहेगी भी है, क्योंकि वह पैदा किया होया खालसा। देग ते तेग 'च कदे फतेह तोड़ नहीं आएगी। ये चढ़ती कला का प्रतीक ने देग ते तेग जिहड़ी है। इत्थे महाराज कहते वो कदे हारदा नहीं, ਜਿਹਦੇ ਨਾਲ ਉਹ ਪ੍ਰਮਾਤਮਾ ਆਪ ਖੜਦਾ ਹੈ ਜੀ, ਉਹੀ ਗੁਰਮੁਖ ਹੈ, ਉਹੀ ਪ੍ਰਵਾਨ ਹੈ। ਕਰਮ ਮਿਲੈ ਨਾ ਪਾਈਐ, ਬਿਨ ਕਰਮੈ ਪਾਇਆ ਨਾ ਜਾਏ। ਹਾਂ ਜੇ ਗੁਰੂ ਸਾਹਿਬ ਦੀ ਬਖਸ਼ਿਸ਼ ਵਰਤੇ ਕਰਮ ਮਿਲੇ ਤਾਂ ਪਾਈਏ, ਬਿਨ ਕਰਮੈ ਪਾਇਆ ਨਾ। ਕਰਮਾਂ ਤੋਂ ਬਗੈਰ ਰੱਬ ਨਹੀਂ ਜੇ ਮਿਲਦਾ।
ਕਰਮ ਬਣਾਉਣੇ ਵੀ ਪੈਂਦੇ। ਇੱਥੇ ਆਏ ਆ, ਅੱਜ ਕਰਮ ਬਣਾ ਰਹੇ ਆ, ਇੱਕ ਦਿਨ ਇੱਥੋਂ ਰੱਬ ਨੂੰ ਮਿਲੇਗਾ। ਚੰਗਾ ਕਰਮ ਹੈ ਨਾ ਸੰਗਤ 'ਚ ਬੈਠਣਾ, ਤੇ ਚੰਗੇ ਕਰਮਾਂ ਕਰਕੇ ਸਾਨੂੰ ਰੱਬ ਦੀ ਵੀ ਪ੍ਰਾਪਤੀ ਹੋਣੀ ਹੈ। ਵੇਣ ਕਰਮਾਂ ਕਿਛ ਪਾਈਏ ਨਾਹੀਂ, ਜੇ ਬਹੁਤ ਤੇਰਾ ਧਾਰ ਹੈ। ਜੇ ਬਹੁਤ ਬੰਦਾ ਭੱਜ ਦੌੜ ਵੀ ਕਰੇ ਕਰਮਾਂ ਤੋਂ ਬਗੈਰ ਕੁਝ ਵੀ ਨਹੀਂ ਮਿਲਦਾ। ਕਰਮਾਂ ਦੀ ਨਹੀਂ ਅਸੀਂ ਵੀ ਇੱਕ ਇੱਥੇ ਕਰਮ ਦਾ ਅਰਥ ਬਖਸ਼ਿਸ਼ ਇੱਕ ਕਰਮ ਹੁੰਦਾ ਵੀ ਜਿਹੜੇ ਅਸੀਂ ਕੰਮ ਕਰਦੇ ਹਾਂ। ਕਈ ਵਾਰੀ ਨਾ ਬੰਦਾ ਆਲਸ ਦਾ ਸ਼ਬਦ ਪਹਿਲਾਂ ਆਲਸੀ ਬੰਦਾ ਕਹਿੰਦਾ ਹੈ ਵੀ ਰੱਬ ਨੇ ਜੋ ਕੁਝ ਦੇਣਾ ਨਾ ਉਹ ਦੇ ਦੇਗਾ। ਕੁਝ ਬੰਦੇ ਹਿੰਮਤ ਕਰਦੇ ਆ, ਕਹਿੰਦੇ ਵੀ ਮੈਂ ਆਹ ਕੁਝ ਪ੍ਰਾਪਤ ਕਰਨਾ ਹੈ। ਤੇ ਇੱਕ ਗੱਲ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਗੁਰੂ ਤੇ ਰੱਬ ਹਿੰਮਤੀ ਬੰਦੇ ਦੀ ਮਦਦ ਕਰਦਾ, ਆਲਸੀ ਦੀ ਨਹੀਂ। ਮੰਨ ਲਓ ਕੋਈ ਨਦੀ 'ਚ ਬੰਦਾ ਡਿੱਗ ਪੈਂਦਾ, ਜੇ ਡਿੱਗਦਿਆਂ ਸਾਰ ਉਹ ਡੁੱਬ ਗਿਆ ਤਾਂ ਉਹਦੀ ਮਦਦ ਵੀ ਕਿਹਨੇ ਕਰਨੀ ਹੈ? ਜੇ ਹੱਥ ਪੈਰ ਮਾਰੇਗਾ ਤਾਂ ਉਹਨੇ ਚਿਰ ਨੂੰ ਕੋਈ ਨਾ ਕੋਈ ਆ ਜਾਂਦਾ, ਉਹ ਆਪਣੀ ਦਸਤਾਰ ਲਾ ਕੇ ਸੁੱਟੇਗਾ, ਕੋਈ ਰੱਸਾ ਲਿਆਏਗਾ। ਉਹ ਜੇ ਤੈਰਨਾ ਜਾਣਦਾ ਉਹ ਯਤਨ ਕਰੇਗਾ, ਉਹ ਫਿਰ ਬੰਦੇ ਨੂੰ ਸਿਰੇ ਲਾ ਦਿੰਦਾ ਹੈ। ਜੇ ਆਪ ਉਦਮ ਕਰੇਗਾ, ਹੱਥ ਪੈਰ ਮਾਰੇਗਾ, ਦੂਸਰਾ ਵੀ ਬਚਾਏਗਾ। ਜੇ ਡਿੱਗਦਿਆਂ ਸਾਰ ਡੁੱਬ ਹੀ ਗਿਆ ਤਾਂ ਫਿਰ ਬਚਾਉਣਾ ਵੀ ਕਿੰਨੇ ਹੈ? ਗੁਰੂ ਤੇ ਰੱਬ ਉਦਮੀ ਬੰਦੇ ਦੀ ਮਦਦ ਕਰਦਾ, ਆਲਸੀ ਦੀ ਨਹੀਂ। ਤੇ ਮਹਾਰਾਜ ਕਹਿੰਦੇ ਇੱਥੇ ਕਰਮ ਬਣਾਉਣੇ ਪੈਂਦੇ ਆ, ਤੇ ਉਹਦੀ ਬਖਸ਼ਿਸ਼ ਨਾਲ ਫਿਰ ਰੱਬ ਮਿਲ ਜਾਂਦਾ ਹੈ। ਲੱਖ 84 ਤਰਸ ਦੇ, ਜਿਸ ਮਿਲੇ ਸੋ ਮਿਲੇ ਹਰਿ ਆਏ। ਮਹਾਰਾਜ ਕਹਿੰਦੇ 184 ਜੀਵ ਹੀ ਤਰਸਦੇ ਨੇ ਵੀ ਰੱਬ ਮਿਲ ਜੇ, ਪਰ ਨਹੀਂ ਮਿਲਦਾ। ਜਿਸ ਮਿਲੇ ਸੋ ਮਿਲੇ ਹਰਿ ਆਏ, ਰੱਬ ਉਹਨੂੰ ਮਿਲਦਾ ਜਿਹਨੂੰ ਰੱਬ ਮਿਲਣਾ ਚਾਹੁੰਦਾ ਹੈ। ਅਸੀਂ ਆਪਣੇ ਕਿਸੇ ਯਤਨ ਨਾਲ ਰੱਬ ਨੂੰ ਨਹੀਂ ਮਿਲ ਸਕਦੇ। ਗੁਰੂ ਕਿਰਪਾ ਕਰੇ, ਕਰਮ ਪਹਿਲਾਂ ਆਇਆ ਵੀ ਬਖਸ਼ਿਸ਼ ਕਰੇ। ਇਹ ਓਅੰਕਾਰ ਦੀ ਪ੍ਰਾਪਤੀ ਗੁਰਪ੍ਰਸਾਦ ਨਾਲ ਹੈ। ਗੁਰੂ ਕਿਰਪਾ ਕਰੇ ਤੇ ਰੱਬ ਮਿਲਦਾ ਹੈ। ਰੱਬ ਮਿਲਣਾ ਚਾਹੇ ਤੇ ਰੱਬ ਮਿਲਦਾ ਹੈ। ਤੁਸੀਂ ਘਰੇ ਬੈਠੇ ਹੋ, ਜੇ ਤੁਸੀਂ ਕਿਸੇ ਨੂੰ ਮਿਲਣਾ ਚਾਹੁੰਦੇ ਹੋ ਤੇ ਤੁਸੀਂ ਮਿਲੋਗੇ। ਜੇ ਮਿਲਣਾ ਨਹੀਂ ਚਾਹੁੰਦੇ, ਘਰ ਵਾਲਿਆਂ ਤੋਂ ਆਖੋਗੇ ਇਹਨਾਂ ਨੂੰ ਕਹਿ ਦਿਓ ਕਦੇ ਨਹੀਂ ਹੈ। ਤੁਸੀਂ ਮਿਲਣਾ ਨਹੀਂ ਚਾਹੁੰਦੇ, ਆਇਆ ਤਾਂ ਹੀ ਮਿਲੇਗਾ ਨਾ। ਤੁਸੀਂ ਮਿਲਣਾ ਚਾਹੁੰਦੇ ਹੋ, ਜੇ ਤੁਸੀਂ ਨਹੀਂ ਮਿਲਣਾ ਚਾਹੁੰਦੇ, ਆਇਆ ਦਰਵਾਜ਼ੇ ਤੋਂ ਵੀ ਆ ਕੇ ਮੁੜ ਜਾਂਦਾ ਹੈ। ਇਸੇ ਤਰ੍ਹਾਂ ਭਾਈ ਜੇ ਰੱਬ ਚਾਹੇਗਾ ਵੀ ਇਹਨੂੰ ਆਪਣੇ ਨਾਲ ਬੁਲਾਉਣਾ ਤਾਂ ਅਸੀਂ ਮਿਲ ਸਕਦੇ ਹਾਂ। ਨਾਨਕ ਗੁਰਮੁਖ ਹਰਿ ਪਾਇਆ, ਸਦਾ ਹਰਿ ਨਾਮ ਸਮਾਏ। ਮਹਾਰਾਜ ਕਹਿੰਦੇ ਨਾਨਕ ਗੁਰਮੁਖ ਨੇ ਹਰ ਪਾ ਲਿਆ। ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ ਰੱਬ ਪ੍ਰਾਪਤ ਕਰ ਲੈਂਦਾ। ਸਦਾ ਹਰਿ ਨਾਮ ਸਮਾਏ, ਉਹ ਜੀਵ ਫਿਰ ਸਦਾ ਨਾਮ ਦੇ ਵਿੱਚ ਸਮਾਇਆ ਰਹਿੰਦਾ ਹੈ ਜੀ। ਸ੍ਰੀ ਰਾਗ ਮਹਲਾ ਤੀਜਾ, ਸੁਖ ਸਾਗਰ ਹਰਿ ਨਾਮ ਹੈ, ਗੁਰਮੁਖ ਪਾਇਆ ਜਾਏ। ਸਤਿਗੁਰੂ ਕਹਿੰਦੇ ਸੁੱਖਾਂ ਦਾ ਸਾਗਰ ਦਾ ਨਾਮ ਹੀ ਹੈ, ਤੇ ਗੁਰਮੁਖ ਨਾਮ ਨੂੰ ਪ੍ਰਾਪਤ ਕਰ ਲੈਂਦੇ। ਸਰਬ ਸੁੱਖਾਂ ਦਾ ਦਾਤਾ ਸਤਿਗੁਰ, ਤਾਂ ਕੀ ਸਰਨੀ ਪਾਈ ਹੈ। ਜਾਂ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਈ। ਸੁੱਖਾਂ ਦਾ ਦਾਤਾ ਕੌਣ ਹੈ? ਗੁਰੂ ਤੇ ਰੱਬ। ਚਲੋ ਇਹ ਆਪਣੇ ਗੁਰੂ ਨੂੰ ਰੱਬ ਨੂੰ ਪਛਾਣਦੇ ਆ, ਤੇ ਗੁਰਮੁਖ ਉਹ ਸੁਖ ਪ੍ਰਾਪਤ ਕਰ ਲੈਂਦਾ ਹੈ, ਜਿਹੜਾ ਸੁਖ ਗੁਰੂ ਦਿੰਦਾ ਹੈ। ਸੁਖ ਦਾ ਅਰਥ ਆਪਾਂ ਨੇ ਬਹੁਤ ਵਾਰੀ ਕੀਤਾ। ਸੁਖ ਦਾ ਅਰਥ ਇਹ ਨਹੀਂ ਸੁਖੀ ਰਹਿਣਾ। ਸੁਖ ਦਾ ਅਰਥ ਦੁੱਖ ਸੁੱਖ 'ਚ ਬਿਰਤੀ ਇੱਕ ਸਮਾਨ ਰਹਿਣਾ। ਦੁੱਖ ਸੁੱਖ ਦੇ ਅੰਦਰ ਉਹ ਨਾ, ਇੱਕ ਮੈਂ ਅਖਬਾਰ ਦੇ ਵਿੱਚੋਂ ਇੱਕ ਵਾਰੀ ਇੱਕ ਨਿੱਕਾ ਜਿਹਾ ਆਰਟੀਕਲ ਪੜ੍ਹਿਆ ਸੀ। ਕਹਿੰਦੇ ਕਿ ਬੰਦੇ ਦੇ ਜੀਵਨ 'ਚ ਮੁਸ਼ਕਲਾਂ ਆਉਣੀਆਂ ਚਾਹੀਦੀਆਂ, ਦੁੱਖਾਂ ਦਾ ਸਾਹਮਣਾ ਬੰਦੇ ਨੂੰ ਕਰਨਾ ਚਾਹੀਦਾ ਹਮੇਸ਼ਾ। ਕਹਿੰਦੇ ਵੀ ਦੋ ਪਰਿਵਾਰ ਸਨ, ਤੇ ਗਵਾਂਢੀ ਪਰਿਵਾਰ ਨੇ ਇੱਕ ਨਿੱਕਾ ਜਿਹਾ ਫਲਦਾਰ ਨਾਲ ਪੌਦਾ ਲਾਇਆ ਕਦੇ। ਉਹ ਵਿਚਾਰੇ ਚਲੋ ਗੁਜ਼ਾਰਾ ਹੀ ਚੱਲਦਾ ਸੀ ਉਹਨਾਂ ਦਾ। ਜਿੱਥੇ ਉਹ ਪ੍ਰਸ਼ਾਦਾ ਛਕਦੇ ਹਨ ਉੱਥੇ ਉਹਨਾਂ ਦੀ ਇੱਛਾ ਹੈ ਵੀ ਚਲੋ ਪੌਦੇ ਨੂੰ ਵੀ ਪਾਲਦੇ ਆ ਉਹਨਾਂ ਨੇ। ਉਹ ਘਰ ਵਾਲੇ ਨੇ ਕਿਤੇ ਮਹੀਨੇ ਮੱਸਿਆ ਪਾਣੀ ਪਾ ਦੇਣਾ ਉਹਨੂੰ। ਉਹ ਕਿਤੇ ਕੋਈ 6 ਮਹੀਨਿਆਂ ਬਾਅਦ ਥੋੜ੍ਹੀ ਜਿਹੀ ਰੇਹ ਪਾ ਦੇਣੀ ਤਾਂ ਕੁਝ ਵੀ। ਉਹ ਜਿਹੜੇ ਗਰੀਬ ਪਰਿਵਾਰ, ਇੱਕ ਅਮੀਰ ਪਰਿਵਾਰ ਨਾਲ ਰਹਿੰਦਾ। ਜਦੋਂ ਅਮੀਰ ਪਰਿਵਾਰ ਉਹਨਾਂ ਨੂੰ ਇਹ ਬੂਟਾ ਬਹੁਤ ਵਧੀਆ ਲੱਗਿਆ। ਇਹਦੇ ਗੁਆਂਢੀਆਂ ਦੇ ਘਰੇ ਆ, ਕਿੰਨੇ ਸੋਹਣੇ ਫਲ ਲੱਗੇ ਨੇ, ਤੇ ਫੁੱਲ ਵੀ ਬੜੇ ਸੋਹਣੇ ਨਿਕਲਦੇ ਆ। ਉਹ ਕਹਿੰਦੇ ਵੀ ਆਪਾਂ ਵੀ ਇਹ ਬੂਟਾ ਲਾਈਏ, ਵੀ ਇਹਦੇ ਘਰੇ ਤੇ ਹੈ ਕੁਝ ਨਹੀਂ ਹੈ, ਵੀ ਚੰਗੀ ਰੇਹ ਸਪਰੇਅ ਨਹੀਂ ਇਹਨੂੰ ਕਰ ਸਕਦਾ, ਇਹਨੂੰ ਚੰਗਾ ਖਾਦ ਨਹੀਂ ਪਾ ਸਕਦਾ, ਇਹਨੂੰ ਹੋਰ ਕੁਝ ਵੀ ਟਾਈਮ 'ਤੇ ਸਾਡੇ ਕੋਲ ਤੇ ਬੜਾ ਪ੍ਰਬੰਧ ਹੈ।
ਉਹਨਾਂ ਨੇ ਵੀ ਉਹੀ ਲਿਆ ਕੇ ਬੀਜ ਪਾ ਦਿੱਤਾ ਸੀ। ਪੋਲੀ ਜੀ ਉਹਨਾਂ ਨੇ ਜਗ੍ਹਾ ਬਣਾਈ, ਉਹਦੇ 'ਚ ਬੀਜ ਪਾਇਆ, ਉਹ ਉੱਗ ਰਿਹਾ। ਉਹਨਾਂ ਨੇ ਫਿਰ ਰੋਜ਼ ਉਹਨੂੰ ਪਾਣੀ ਦੇਣਾ, ਰੇ ਸਪਰੇ ਚੰਗੀ ਲਿਆ ਕੇ ਰੋਜ਼, ਤੇ ਉਹ ਬੂਟਾ ਬੜੀ ਜਲਦੀ, ਉਹ ਕਹਿੰਦੇ ਵੀ ਇਹਨਾਂ ਦੇ ਕਿੰਨੇ ਸਾਲ ਲੱਗ ਗਏ ਬੂਟੇ ਨੂੰ ਪਲਦਿਆਂ ਨੂੰ, ਅਸੀਂ ਤੇ ਮਿੰਟ 'ਚ ਹੀ ਇਹਨਾਂ ਨੂੰ ਤਿਆਰ ਕਰ ਦਿੰਦਾ। ਰੇ ਸਪਰੇ ਕਰਦੇ ਰਹੇ, ਉਹ ਬੂਟਾ ਬੜੀ ਜਲਦੀ ਤਿਆਰ ਹੋ ਗਿਆ ਜੀ। ਉਹਨੂੰ ਫਲ ਵੀ ਬੜੀ, ਉਹ ਭਰ ਗਿਆ ਫਲ ਦੇ ਨਾਲ। ਪਰ ਕੀ ਹੋਇਆ ਵੀ ਇੱਕ ਦਿਨ ਝੱਖੜ ਆਇਆ। ਹੁਣ ਬੂਟਾ ਗੁਆਂਢੀਆਂ ਦੇ ਘਰੇ ਵੀ ਲੱਗਾ, ਬੂਟਾ ਇਹਨਾਂ ਦੇ ਘਰੇ, ਝੱਖੜ ਆਇਆ ਤੇ ਇਹ ਜਿਹੜਾ ਬੂਟਾ ਇਹਨਾਂ ਨੇ ਜਿਹੜਾ ਬੜੀ ਜਲਦੀ ਪਾਲਿਆ ਸੀ, ਉਹ ਝੱਖੜ ਨੇ ਪੁੱਟ ਕੇ ਸੁੱਟ ਦਿੱਤਾ, ਕਿਉਂਕਿ ਉਹਦੀਆਂ ਜੜ੍ਹਾਂ ਮਜ਼ਬੂਤ ਨਹੀਂ ਹੋਈਆਂ। ਉਹਨਾਂ ਨੂੰ ਸਹੂਲਤਾਂ ਜ਼ਿਆਦੀਆਂ ਮਿਲੀਆਂ। ਤੇ ਦੂਸਰਾ ਜਿਹੜਾ ਬੂਟਾ ਸੀ, ਉਹਨੂੰ ਪਾਣੀ ਕਿਤੇ ਕਿਤੇ ਮਿਲਦਾ ਸੀ, ਉਹਨੂੰ ਰੇ ਸਪਰੇ ਕਿਤੇ ਕਿਤੇ ਮਿਲਦੀ, ਉਹ ਜੜ੍ਹਾਂ ਆਪਣੀਆਂ ਮਜ਼ਬੂਤ ਕਰਦਾ ਗਿਆ, ਡੂੰਘੀਆਂ ਜੜ੍ਹਾਂ ਲੈ ਗਿਆ। ਉਹ ਉੱਥੋਂ ਤੱਕ ਲੈ ਗਿਆ ਜਿੱਥੇ ਪਾਣੀ ਦੀ ਸਿੱਧ ਹੈ ਥੱਲੇ ਧਰਤੀ 'ਤੇ। ਆ ਜਿਹੜੇ ਜੰਗਲੀ ਪੌਦੇ ਨੇ ਨਾ, ਉਹ ਇੰਨੇ ਮਜ਼ਬੂਤ ਹੁੰਦੇ ਨੇ ਘਰਾਂ ਵਾਲੇ ਪੌਦਿਆਂ ਨਾਲੋਂ। ਉਹ ਜੰਗਲ ਦੇ ਵਿੱਚ ਆਉਂਦਾ, ਟੁੱਟਦੇ ਨਹੀਂ ਹੈ। ਆਪਾਂ ਵੇਖੀਏ ਇੱਥੇ ਤੇਜ਼ ਹਵਾ ਆ ਜੇ ਤੇ ਜਿਹੜੇ ਫਲਦਾਰ ਬੂਟੇ ਬੜੀ ਜਲਦੀ ਡਿੱਗ ਪੈਂਦੇ, ਕਿਉਂਕਿ ਉਹ ਪਾਲੇ ਹੁੰਦੇ ਆ। ਤੇ ਜਿਹੜੇ ਜੰਗਲੀ ਹੁੰਦੇ, ਉਹ ਪਲੇ ਹੁੰਦੇ ਨੇ ਆਪਣੇ ਆਪ 'ਚ ਹੀ, ਉੱਥੋਂ ਤੱਕ ਆਪਣੀ ਜੜ੍ਹ ਲੈ ਜਾਂਦੇ, ਜਿੱਥੋਂ ਸਿੱਧ ਮਿਲਦੀ, ਉਹਨਾਂ ਨੂੰ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ। ਉਹਨਾਂ ਬੂਟਿਆਂ ਨੂੰ ਕਿਸੇ ਨੇ ਪਾਣੀ ਲਾਇਆ, ਜੰਗਲ 'ਚ ਕਿੰਨਾ ਹਰਿਆ ਭਰਿਆ ਸਾਰਾ ਕੁਝ ਹੁੰਦਾ ਹੈ। ਜਦੋਂ ਉਹ ਬੂਟਾ ਡਿੱਗ ਪਿਆ ਨਾ, ਜਿਹੜਾ ਫਲ ਨਾਲ ਭਰਿਆ ਔਰ ਬੜਾ ਜਲਦੀ, ਤੇ ਉਹ ਹੈਰਾਨ ਹੋ ਗਏ ਵੀ ਗਵਾਂਢੀਆਂ ਦਾ ਬੂਟਾ ਨਹੀਂ ਡਿੱਗਾ, ਇਹਨੂੰ ਕੀ ਬਣਿਆ। ਤੇ ਫਿਰ ਉਹਨੇ ਦੱਸਿਆ, ਗਵਾਂਢੀਆਂ ਨੇ ਕਹਿਣ ਲੱਗਾ ਇਹਦੀਆਂ ਜੜ੍ਹਾਂ ਨੇ ਆਪਣੇ ਆਪ ਮਜ਼ਬੂਤੀ 'ਚ ਲਾਈਆਂ, ਤੇ ਤੁਸੀਂ ਇਹਨੂੰ ਪਾਲਿਆ ਤੇ ਥੋੜ੍ਹੀ ਜਿਹੀ ਹਵਾ ਦਾ ਬੁੱਲਾ ਆਇਆ ਤੇ ਇਹ ਧਰਤੀ 'ਤੇ ਡਿੱਗ ਪਿਆ। ਉਹ ਜਿਹੜਾ ਤੱਤ ਸਾਲ ਕੱਢਿਆ, ਆਰਟੀਕਲ ਲਿਖਣ ਦਾ ਮਤਲਬ ਸੀ, ਕਹਿੰਦੇ ਜਿਹੜੇ ਬੱਚਿਆਂ ਨੂੰ ਆਪਾਂ ਜਾਤੀਆਂ ਸਹੂਲਤਾਂ ਦਿੰਦੇ ਆ ਨਾ, ਜਿਹੜੇ ਬੱਚਿਆਂ ਨੂੰ ਵੀ ਉਹਨਾਂ ਨੂੰ ਇਹ ਬੂਟੇ ਦੀ ਤਰ੍ਹਾਂ ਹੀ ਪਾਲਦੇ ਆ, ਵੀ ਉਹਨਾਂ ਨੂੰ ਏਸੀ 'ਚ ਹੀ ਰੱਖਣਾ, ਸਕੂਲ 'ਚ ਜਾਓ ਏਸੀ, ਉਹ ਸਾਰਾ ਕੁਝ ਏਸੀ। ਕਹਿੰਦਾ ਫਿਰ ਇਹ ਬੂਟੇ ਡਿੱਗਦੇ ਬੜੀ ਛੇਤੀ ਹੈ। ਕਹਿੰਦਾ ਇਹਨੂੰ ਆਪਣੇ ਆਪ ਪਲ ਦਿਓ ਬੂਟੇ ਨੂੰ, ਇਹਨੂੰ ਬੱਚੇ ਨੂੰ ਵਿਖਾਓ ਵੀ ਅਸੀਂ ਇਸ ਤਰ੍ਹਾਂ ਮੁਸ਼ਕਲਾਂ ਦੇ ਵਿੱਚੋਂ ਵੀ ਨਿਕਲਣਾ ਹੈ। ਤੇ ਕਹਿੰਦੇ ਤੁਸੀਂ ਬੱਚਾ ਜਵਾਨ ਹੋਣ ਤੱਕ, ਉਹ ਬੱਚੇ ਨੇ ਕੋਈ ਦੁੱਖ ਵੇਖਿਆ ਨਹੀਂ ਹੁੰਦਾ ਕਿਸੇ ਮੁਸ਼ਕਲ ਦਾ, ਉਹਨੇ ਬਾਪ ਮਾਂ ਪਿਓ ਆਪਣੀ ਜਾਨ ਦੇਣ ਲਈ ਕੁਰਬਾਨ ਹੋ ਜਾਂਦੇ ਆ। ਤੇ ਕਹਿੰਦੇ ਫਿਰ ਉਹ ਡੋਲਣ ਲੱਗਿਆ ਵੀ ਇੱਕ ਸਕਿੰਟ ਹੀ ਲਾਉਂਦਾ ਹੈ, ਵੀ ਉਹ ਮਜ਼ਬੂਤ ਨਹੀਂ ਹੋਇਆ ਹੁੰਦਾ। ਉਹਨੂੰ ਮਜ਼ਬੂਤ ਕਰੋ ਬੱਚੇ ਨੂੰ ਸ਼ੁਰੂ ਤੋਂ, ਉਹਨੂੰ ਲਿਆ। ਬਾਹਰਲੇ ਵਿਦੇਸ਼ਾਂ 'ਚ ਕਹਿੰਦੇ ਲੈ ਵੀ ਹੁਣ ਕਮਾਉਣ ਜੋਗਾ ਹੋ ਗਿਆ, ਲਿਆ ਅਸੀਂ ਹੁਣ ਚਿੱਟੇ ਦਾੜੇ ਤੱਕ ਵੀ ਮਾਂ ਪਿਓ ਉਹਨਾਂ ਨੂੰ ਕਮਾਈ ਕਰਕੇ ਖਵਾਈ ਜਾਂਦੇ ਆ, ਉਹ ਬੱਚੇ ਵੇਸਲੇ ਹੋ ਕੇ ਪੈ ਲੈਂਦੇ ਆ। ਅਸੀਂ ਇਹਨੂੰ ਦੁੱਖ ਸੁੱਖ ਦੇ ਵਿੱਚ ਅਸੀਂ ਮਜ਼ਬੂਤ ਇੰਨੇ ਹੋਈਏ ਵੀ ਅਸੀਂ ਸੁਰਤ ਕਰਕੇ ਡਿੱਗ ਗਏ ਹੀ ਨਾ, ਦੁੱਖ ਸਾਨੂੰ ਦੁੱਖ ਲੱਗੇ ਹੀ ਨਾ, ਅਸੀਂ ਮਜ਼ਬੂਤ ਹੋਣਾ ਹੈ, ਅਸੀਂ ਪਲਣਾ ਨਹੀਂ ਹੈ। ਆਹੀ ਤੇ ਮਹਾਰਾਜ ਕਹਿੰਦੇ ਆ, ਸੁੱਖਾਂ ਦਾ ਸਾਗਰ ਉਹ ਹੈ, ਗੁਰੂ ਮਜ਼ਬੂਤ ਹੀ ਇੰਨਾ ਕੁ ਕਰ ਦਿੰਦਾ ਹੈ, ਵੱਡੇ ਵੱਡੇ ਦੁੱਖਾਂ ਨੂੰ ਮਨੁੱਖ ਜਿੱਤ ਲੈਂਦਾ ਹੈ। ਆਤਮਿਕ ਡੋਲਤਾ 'ਚ ਟੇਕ ਕੇ ਨਾਮ 'ਚ ਸਮਾਈ ਰਹਿਣਾ ਚਾਹੀਦਾ ਹੈ, ਤੇ ਅੰਨ ਦਿਨ ਦਿਨ ਰਾਤ ਉਹਨੂੰ ਧੋਣਾ ਚਾਹੀਦਾ ਹੈ। ਜਦੋਂ ਰਸਨਾ ਤੋਂ ਹਰ ਗੁਣ ਗਾਉਣੇ ਸ਼ੁਰੂ ਕਰਾਂਗੇ ਨਾ, ਫਿਰ ਅੰਦਰ ਰਚੈ ਰਸਨਾ ਤੋਂ ਜਪਣ ਕਰਕੇ ਨਾ ਅੰਦਰ ਰਚ ਵਿੱਚ ਜਾਂਦਾ, ਨਾਮ ਵਿੱਚ ਸਮਾ ਜਾਂਦਾ ਹੈ। ਫਿਰ ਉਹ ਡੋਲਦਾ ਨਹੀਂ ਹੈ। ਜਿਹੜਾ ਨਾਮ 'ਚ ਸਮਾ ਗਿਆ ਨਾ, ਉਹ ਕਦੇ ਡੋਲਦਾ ਨਹੀਂ, ਉਹ ਨਾਮ 'ਚ ਅੰਦਰ ਜਿਹੜਾ ਰਚ ਵਿੱਚ ਜਾਂਦਾ ਹੈ। ਮਹਾਰਾਜ ਕਹਿੰਦੇ ਹੇ ਭਾਈ, ਇਹ ਜੱਗ ਤਾਂ ਉਹੀ ਹੈ ਦੂਜੇ ਭਾਏ, ਭਾਵ ਕਿ ਰੱਬ ਦੇ ਗੁਰੂ ਨੂੰ ਛੱਡ ਕੇ ਦੂਸਰੇ ਤੀਸਰੇ ਨਾਲ ਜੁੜ ਗਏ, ਤਾਂ ਇਹਨੇ ਦੁੱਖ ਭੋਗ ਰਹੇ ਹਨ। ਜਿਹੜੇ ਦਿਨ ਰਾਤ ਨਾਮ ਧਿਆਉਂਦੇ ਹੈ, ਗੁਰੂ ਦੀ ਸ਼ਰਨ 'ਚ ਪੈ ਜਾਂਦੇ, ਉਹ ਸੁੱਖ ਲੈਣ, ਉਹ ਗੁਰੂ ਤੋਂ ਰੱਬ ਤੋਂ ਸੁੱਖ ਪ੍ਰਾਪਤ ਕਰਦੇ ਹਨ। ਸਾਚੇ ਪੈਰ ਨਾ ਲਾਗਈ, ਮਨ ਨਿਰਮਲ ਹਰ ਜਾਈ। ਹਰ ਧਿਆਇਆ ਮਨ ਨਿਰਮਲ ਹੋ ਜਾਂਦਾ ਹੈ, ਤੇ ਨਿਰਮਲ ਮਨ ਨੂੰ ਫਿਰ ਮੈਲ ਨਹੀਂ ਲੱਗਦੀ ਹੈ ਜੀ। ਗੁਰਮੁਖ ਸ਼ਬਦ ਪਛਾਣੀਐ, ਹਰਿ ਅੰਮ੍ਰਿਤ ਨਾਮ ਸਮਾਈ। ਗੁਰਮੁਖ ਜਿਹੜਾ ਸ਼ਬਦ ਦੇ ਰਾਹੀਂ ਅੰਮ੍ਰਿਤ ਨਾਮ ਨਾਲ ਜੁੜ ਜਾਂਦਾ, ਉਹਦੇ ਵਿੱਚ ਸਮਾ ਜਾਂਦਾ ਹੈ। ਗੁਰ ਗਿਆਨ ਪ੍ਰਚੰਡ ਬੁਲਾਇਆ, ਅਗਿਆਨ ਅੰਧੇਰਾ ਜਾਏ। ਗੁਰ ਗਿਆਨ ਪ੍ਰਚੰਡ ਦਾ ਅਰਥ ਤੇਜ, ਗਿਆਨ ਦਾ ਤੇਜ ਅੰਦਰ ਹੋ ਗਿਆ ਜੀ, ਤੇ ਅਗਿਆਨ ਅੰਧੇਰਾ ਜਾਏਗਾ। ਉਹ ਬਚਨ ਦਾ ਇੱਕ ਵਿਆਹ ਹੋਆ, ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਸੀ ਨਾ, ਬਹੁਤ ਮੇਰੀ ਪੜ੍ਹਦੇ ਆ। ਉਹਦੇ 'ਚ ਵੀ ਇਹ ਸ਼ਬਦ ਮਹਾਰਾਜ ਨੇ ਵਰਤਿਆ ਹੈ ਕਿ ਜਦੋਂ ਗਿਆਨ ਦੀ ਰੋਸ਼ਨੀ ਅੰਦਰ ਹੋ ਜਾਂਦੀ ਨਾ, ਤੇ ਹਨੇਰਾ ਨੱਸ ਜਾਂਦਾ। ਇਹ ਵਿਰੋਧੀ ਨੇ ਗਿਆਨ ਚਾਨਣ ਤੇ ਹਨੇਰਾ, ਕਹਿੰਦੇ ਵੀ ਹਨੇਰੇ ਨੇ ਨਾ ਚਾਨਣ ਦੀ ਸ਼ਿਕਾਇਤ ਕਰਤੀ ਰੱਬ ਅੱਗੇ ਵੀ ਇਹ ਮੈਨੂੰ ਤੰਗ ਬੜਾ ਕਰਦਾ ਹੈ, ਵੀ ਜਿੱਥੇ ਮੈਂ ਹੁੰਦਾ ਉੱਥੇ ਹੀ ਆ ਜਾਂਦਾ ਹੈ।
ਤੇ ਰੱਬ ਅੰਧੇਰੇ ਨੂੰ ਕਹਿੰਦਾ ਵੀ ਤੂੰ ਉਹਨੂੰ ਨਾਲ ਲੈ ਕੇ ਆਈ ਵੀ ਆਪਾਂ ਤੇਰੇ ਮੂੰਹ ਤੇ ਗੱਲ ਕਰਾਂਗੇ ਵੀ ਚੰਨ ਨੂੰ ਕਹਾਂਗੇ ਵੀ ਤੰਗ ਕਿਉਂ ਕਰਦਾ। ਹਨੇਰਾ ਕਹਿੰਦਾ ਸੀ ਉਹ ਨਾਲ ਨਹੀਂ ਆਏਗਾ, ਜੇ ਉਹ ਆਇਆ ਤਾਂ ਫਿਰ ਮੈਂ ਨਹੀਂ ਜੇ ਤੁਹਾਨੂੰ ਲੱਭਣਾ। ਜਿੱਥੇ ਚੰਨ ਨੇ ਉੱਥੇ ਹਨੇਰਾ ਨਹੀਂ, ਜਿੱਥੇ ਗਿਆਨ ਹੈ ਉੱਥੇ ਗਿਆਨਤਾ ਨਹੀਂ। ਗਿਆਨ ਦਾ ਤੇਜ ਹਨੇਰੇ ਨੂੰ ਖਤਮ ਕਰ ਦਿੰਦਾ ਹੈ। ਮਨ ਮੁਖ ਮੈਲੇ ਮਨ ਭਰੇ ਹਉ ਮੈਂ ਤ੍ਰਿਸ਼ਨਾ ਵਿਕਾਰ। ਮਨ ਮੁਖ ਅੰਦਰੋਂ ਮੈਲ ਨਾਲ ਭਰੇ ਹੁੰਦੇ ਨੇ ਤੇ ਹਉਮੈ ਤ੍ਰਿਸ਼ਨਾ ਉਹਨਾਂ ਦੇ ਅੰਦਰ ਵਿਕਾਰ ਹੁੰਦੇ ਹਨ। ਤਿਨ ਸ਼ਬਦੈ ਮੈਲ ਨ ਉਤਰੈ ਮਰ ਜੰਮੈ ਹੋਏ ਖੁਆਰ। ਸ਼ਬਦ ਨਾਲ ਜੁੜਨ ਤੋਂ ਬਗੈਰ ਅੰਦਰ ਦੀ ਮੈਲ ਨਹੀਂ ਲੱਥਦੀ, ਉਹ ਜਾਪਣ ਕਰਨ ਦੇ ਗੇੜ 'ਚ ਪੈ ਜਾਂਦੇ ਔਰ ਖੁਆਰ ਹੁੰਦੇ ਹਨ। ਧਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ। ਧਾਤਰਬਾਜ਼ੀ ਦਾ ਤਾਂ ਝੂਠੀ ਬਾਜੀ ਕਰਦਾ, ਥੋੜੇ ਸਮੇਂ ਬਾਅਦ ਤੇ ਉਹ ਝੂਠ ਜਿਹਾ ਹੁੰਦਾ ਜਿਹੜੀ ਬਾਜੀ ਪਾਉਂਦਾ। ਕਹਿੰਦੇ ਉਹ ਇਸ ਤਰ੍ਹਾਂ ਹੀ ਪਲਚੇ ਰਹਿੰਦੇ ਨੇ ਝੂਠੇ ਸੰਸਾਰ ਦੇ ਅੰਦਰ, ਨਾ ਇੱਧਰਲੇ ਪਾਸੇ ਤੇ ਨਾ ਉੱਧਰਲੇ ਪਾਸੇ, ਨਾ ਉਹ ਵਾਰ ਨਾ ਪਾਰ, ਨਾ ਸੰਸਾਰ ਜੋਗੇ ਨਾ ਨਿਰੰਕਾਰ ਦੇ ਘਰ ਪ੍ਰਵਾਨ ਹੁੰਦੇ ਹਨ। ਗੁਰਮੁਖ ਜਪ ਤਪ ਸੰਜਮੀ ਹਰਿ ਕੈ ਨਾਮ ਪਿਆਰ। ਜਿਹੜੇ ਗੁਰਮੁਖ ਨੇ ਉਹ ਜਪ ਕਰਦੇ, ਤਪ ਕਰਦੇ, ਸੰਜਮ ਧਾਰਨ ਕਰਦੇ, ਨਾਮ ਨਾਲ ਉਹਨਾਂ ਦਾ ਪਿਆਰ ਹੈ ਜੀ। ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ। ਗੁਰਮੁਖੋ ਸਦਾ ਇੱਕ ਕਰਤਾਰ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ। ਨਾਨਕ ਨਾਮ ਧਿਆਓ, ਜਿਹੜੇ ਸਾਰੇ ਜੀਆਂ ਦਾ ਆਧਾਰ ਹੈ, ਜਿਹੜਾ ਸਾਰੇ ਜੀਆਂ ਨੂੰ ਪਾਰ ਕਰਨ ਵਾਲਾ, ਸਾਰਿਆਂ ਨੂੰ ਸੁੱਖ ਦੇਣ ਵਾਲਾ ਭਾਈ ਤੁਹਾਨੂੰ ਵੀ ਉਹਨੂੰ ਜਪਣਾ ਚਾਹੀਦਾ। ਇਹਦੀਆਂ ਬੇਨਤੀਆਂ ਪ੍ਰਦਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਜੀਆਂ ਨੂੰ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਸੰਗਤ ਦੀ ਸਤਿਗੁਰੂ ਬਖਸ਼ਣ ਯੋਗ ਬਖਸ਼ ਲੈਣਾ ਜੀ। ਇਹਨਾਂ ਸਥਾਨਾਂ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ ਜੀ। ਚੱਲ ਰਹੀਆਂ ਸੇਵਾਵਾਂ 'ਚ ਹਿੱਸਾ ਪਾ ਕੇ ਆਪ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।